Hello, guys. My name is Gurleen Kaur. Welcome back to my channel. ਸੋ ਹਿਸਟਰੀ ਦੀ ਲਾਸਟ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਿਆ ਸੀਗਾ ਜੋ ਅਸੀਂ ਟੌਪਿਕ ਪੜ੍ਹ ਰਹੇ ਸੀ ਰਾਈਜ਼ ਆਫ ਰੀਜਨਲ ਸਟੇਟਸ, ਜਿਸ ਦੇ ਵਿੱਚ ਅਸੀਂ 3 ਕੈਟੇਗਰੀਜ਼ ਰੱਖੀਆਂ ਸੀ। ਇੱਕ ਸੀ ਸਕਸੈਸਰ ਸਟੇਟਸ, ਦੈਨ ਇੰਡੀਪੈਂਡੈਂਟ ਕਿੰਗਡਮਸ, ਦੈਨ ਨਿਊ ਸਟੇਟਸ। ਸੋ ਲਾਸਟ ਦੀ ਜੋ ਵੀਡੀਓ ਸੀ ਉਹਦੇ ਵਿੱਚ ਅਸੀਂ ਸਿੱਖਾਂ ਬਾਰੇ ਵੇਖਿਆ ਸੀ ਐਂਡ ਜਾਟਸ ਬਾਰੇ ਵੀ ਪੜ੍ਹਿਆ ਸੀਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਕਿਹਾ ਸੀ ਕਿ ਜੋ ਸਾਡੀ ਨੈਕਸਟ ਵੀਡੀਓ ਆਊਗੀ ਦੈਟ ਵਿਲ ਬੀ ਔਨ ਨੇਚਰ ਐਂਡ ਲਿਮੀਟੇਸ਼ਨਸ ਆਫ ਰੀਜਨਲ ਸਟੇਟਸ। ਇਹੀ ਜੋ ਰੀਜਨਲ ਸਟੇਟਸ ਸੀਗੀਆਂ ਇਹਨਾਂ ਦਾ ਨੇਚਰ ਕਿੱਦਾਂ ਦਾ ਸੀ, ਇਹਨਾਂ ਦੀ ਕੀ ਲਿਮੀਟੇਸ਼ਨਸ ਸੀਗੀਆਂ, ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ, ਠੀਕ ਹੈ। ਅਤੇ ਅੱਜ ਅਸੀਂ ਉਸੇ ਚੀਜ਼ ਬਾਰੇ ਡਿਸਕਸ ਕਰਨ ਲੱਗੇ ਹਾਂ ਔਰ ਜਾਂ ਤਾਂ ਮੈਂ ਇਹਨੂੰ ਅੱਜ ਕੰਪਲੀਟ ਕਰਵਾ ਦੇਵਾਂਗੀ ਟੌਪਿਕ ਨੂੰ, ਜਾਂ ਅਪਰੋਕਸ ਇੱਕ ਹੀ ਵੀਡੀਓ ਇਸ 'ਤੇ ਹੋਰ ਆਊਗੀ। ਦੈਨ ਇਹ ਸਾਡਾ ਟੌਪਿਕ ਜੋ ਹੈ ਕੰਪਲੀਟ ਹੋ ਜਾਊਗਾ। ਦੈਨ ਫਾਈਨਲੀ ਅਸੀਂ ਐਡਵੈਂਟ ਆਫ ਯੂਰੋਪੀਅਨਸ 'ਤੇ ਪਹੁੰਚ ਜਾਵਾਂਗੇ। ਉੱਥੋਂ ਫਿਰ ਸਾਡੀ ਐਕਚੁਅਲ 'ਚ ਜੋ ਮਾਡਰਨ ਹਿਸਟਰੀ ਸਟਾਰਟ ਹੁੰਦੀ ਹੈ ਉਹ ਸਟਾਰਟ ਹੋਊਗੀ, ਠੀਕ ਹੈ। ਸੋ ਹੁਣ ਦੇਖ ਲਓ ਕਿ ਪਿਛਲੀ ਜੋ ਮੈਂ 10 ਤੋਂ 11 ਵੀਡੀਓਜ਼ ਮਾਡਰਨ ਹਿਸਟਰੀ ਦੇ ਪਾਈਆਂ ਨੇ ਉਹਦੇ ਵਿੱਚ ਤੁਸੀਂ ਸਿਰਫ ਇੱਕ ਬੈਕਗਰਾਊਂਡ ਹੀ ਲਿਆ, ਕਿਉਂਕਿ ਉਹ ਇੰਪੋਰਟੈਂਟ ਵੀ ਸੀ। ਅਗਰ ਮੈਂ ਮਾਡਰਨ ਹਿਸਟਰੀ ਸਿੱਧਾ ਤੁਹਾਨੂੰ ਐਡਵੈਂਟ ਆਫ ਯੂਰੋਪੀਅਨਸ ਤੋਂ ਸਟਾਰਟ ਕਰਵਾਉਂਦੀ, ਸੋ ਉੱਥੇ ਤੁਹਾਨੂੰ ਵਿੱਚ 'ਚ ਪਤਾ ਨਹੀਂ ਲੱਗਦਾ ਕਿ ਸਿੱਖ ਕੌਣ ਸੀ, ਜਾਟਸ ਕੌਣ ਸੀ, ਮਰਾਠਾਸ ਕੌਣ ਸੀ, ਹੈਦਰ ਅਲੀ ਕੌਣ ਸੀ, ਇਹ ਚੀਜ਼ਾਂ ਤੁਹਾਨੂੰ ਪਿੰਚ ਕਰਦੀਆਂ। ਸੋ ਦੈਟਸ ਵਾਈ ਮੈਂ ਤੁਹਾਨੂੰ ਇੱਕ ਬੈਕਗਰਾਊਂਡ ਦੇਤਾ, ਲੇਟਰ ਮੁਗਲਸ ਦਾ ਵੀ ਦੇਤਾ, ਠੀਕ ਹੈ, ਤਾਂ ਕਿ ਅੱਗੇ ਜਦੋਂ ਤੁਸੀਂ ਇਹਨਾਂ ਦੇ ਨਾਮ ਸੁਣੋ ਐਡਵੈਂਟ ਆਫ ਯੂਰੋਪੀਅਨ ਵਾਲੇ ਟੌਪਿਕ ਦੇ ਵਿੱਚ ਦੈਨ ਤੁਹਾਨੂੰ ਉੱਥੇ ਜਾ ਕੇ ਕੋਈ ਪ੍ਰੋਬਲਮ ਨਾ ਹੋਵੇ, ਰਾਈਟ। ਸੋ ਲੈਟਸ ਗੈਟ ਸਟਾਰਟਿਡ। ਔਰ ਆਈ ਵਾਂਟ ਟੂ ਰਿਕੁਐਸਟ ਕਿ ਜੋ ਨਵੇਂ ਸਟੂਡੈਂਟਸ ਨੇ ਜੋ ਫਸਟ ਟਾਈਮ ਮੇਰੀ ਇਹ ਵੀਡੀਓ ਦੇਖ ਰਹੇ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਔਰ ਮੈਂ ਇੱਥੇ ਮਾਡਰਨ ਹਿਸਟਰੀ ਔਰ ਇਕੋਨਮੀ ਦੀ ਸੀਰੀਜ਼ ਜੋ ਹੈ ਸਟਾਰਟ ਕਰਵਾਈ ਹੈ। ਤੁਸੀਂ ਇਹ ਮੈਂ ਨੋਟ ਦੇ ਰੱਖਿਆ ਸਟੂਡੈਂਟਸ ਲਈ, ਜੋ ਨਿਊ ਕਮਰਸ ਨੇ ਤੁਸੀਂ ਇਹ ਨੋਟ ਪੜ੍ਹ ਸਕਦੇ ਹੋ, ਠੀਕ ਹੈ। ਔਰ ਜੋ ਮੇਰੇ ਨਾਲ ਸ਼ੁਰੂ ਤੋਂ ਹੀ ਕਨੈਕਟਿਡ ਨੇ, ਪੁਰਾਣੇ ਸਟੂਡੈਂਟਸ ਨੇ, ਉਹ ਇਸ ਨੂੰ ਸਕਿਪ ਕਰ ਸਕਦੇ ਆ। ਸੋ ਲੈਟਸ ਗੈਟ ਸਟਾਰਟਿਡ। ਅਤੇ ਅੱਜ ਅਸੀਂ ਡਿਸਕਸ ਕਰਾਂਗੇ ਨੇਚਰ ਐਂਡ ਲਿਮੀਟੇਸ਼ਨ ਆਫ ਰੀਜਨਲ ਸਟੇਟਸ ਦੇ ਬਾਰੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਚੀਜ਼ ਜੋ ਅਸੀਂ ਹੁਣ ਤੱਕ ਪੜ੍ਹੀਆਂ ਨੇ ਰਿਪੀਟ ਕਰ ਦਿੰਦੀ ਹਾਂ, ਜਸਟ ਬਰੀਫ ਓਵਰਵਿਊ ਦੇ ਦਿੰਦੀ ਆ, ਬਿਕੋਜ਼ ਇਹ ਚੀਜ਼ ਅਸੀਂ ਹੁਣ ਲਾਸਟ ਵਾਰ ਵੇਖਣ ਲੱਗੇ ਹਾਂ। ਇਸ ਤੋਂ ਬਾਅਦ ਫਿਰ ਇਸ 'ਤੇ ਮੈਂ ਕੋਈ ਵੀ ਡਿਸਕਸ਼ਨ ਨਹੀਂ ਕਰਾਂਗੀ। ਦੈਨ ਫਾਈਨਲੀ ਅਸੀਂ ਬ੍ਰਿਟਿਸ਼ਰਸ ਦੇ ਬਾਰੇ ਹੀ ਜਾਂ ਜੋ ਯੂਰੋਪੀਅਨ ਕੰਪਨੀਜ਼ ਆਈਆਂ ਸੀ ਉਹਨਾਂ ਦੇ ਬਾਰੇ ਹੀ ਡਿਸਕਸ ਕਰਾਂਗੇ, ਠੀਕ ਹੈ। ਸੋ ਮੁਗਲ ਐਮਪਾਇਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਜੋ ਮੁਗਲ ਐਮਪਾਇਰ ਸੀ ਉਸਦਾ ਜੋ ਫਸਟ ਰੂਲਰ ਸੀਗਾ ਉਹ ਸੀ ਬਾਬਰ, ਦੈਨ ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ। ਔਰ ਇਹਨਾਂ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਮਿਡੀਵਲ ਹਿਸਟਰੀ 'ਚ ਪੜ੍ਹਦੇ ਹਾਂ, ਉਹਦੇ ਉੱਪਰ ਵੀ ਮੇਰੀ ਸੀਰੀਜ਼ ਆਊਗੀ, ਠੀਕ ਹੈ। ਸੋ ਡੋਂਟ ਵਰੀ ਅਬਾਊਟ ਦੈਟ। ਉਸ ਤੋਂ ਬਾਅਦ ਅਸੀਂ ਅੱਗੇ ਡਿਸਕਸ ਕਰਿਆ ਸੀ, ਅਸੀਂ ਇਹ ਦੇਖਿਆ ਸੀ ਕਿ ਇਸ ਟਾਈਮ 'ਤੇ ਜਦੋਂ ਅਰਲੀ ਮੁਗਲ ਰੂਲਰਸ ਰੂਲ ਕਰ ਰਹੇ ਸੀ ਅਤੇ ਉਸ ਟਾਈਮ 'ਤੇ ਮੁਗਲ ਐਮਪਾਇਰ ਦਾ ਕੀ ਐਕਸਟੈਂਟ ਸੀ। ਤਾਂ ਤੁਸੀਂ ਵੇਖ ਸਕਦੇ ਹੋ ਜੋ ਬਲੈਕ ਪੂਰੀ ਲਾਈਨ ਹੈ, ਲੈਟ ਮੀ ਚੇਂਜ ਦਾ ਪੈਨ, ਇਹ ਜੋ ਪੂਰੀ ਬਲੈਕ ਲਾਈਨ ਤੁਹਾਨੂੰ ਦਿਖ ਰਹੀ ਹੈ, ਠੀਕ ਹੈ। ਇਹ ਜਿਹੜਾ ਏਰੀਆ ਸੀ ਇੱਥੇ ਤੋਂ ਬਾਬਰ ਜਿਹੜਾ ਸੀਗਾ ਉਸਨੇ ਸਟਾਰਟਿੰਗ ਕੀਤੀ ਸੀ। ਦੈਨ ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਪੂਰਾ ਯੈਲੋਇਸ਼ ਏਰੀਆ ਹੈ, ਠੀਕ ਹੈ, ਇਹ ਪੂਰਾ ਜਿਹੜਾ ਯੈਲੋਇਸ਼ ਏਰੀਆ ਹੈ ਇਹ ਕਿਹਨੇ ਆਪਣੇ ਅੰਡਰ ਲਿੱਤਾ ਸੀਗਾ, ਅਕਬਰ ਨੇ, ਠੀਕ ਹੈ। ਔਰ ਦੈਨ ਉਸ ਤੋਂ ਬਾਅਦ ਜੋ ਮੁਗਲ ਐਮਪਾਇਰ ਸੀ ਉਹ ਆਪਣੀ ਜ਼ੈਨਿਥ 'ਤੇ, ਆਪਣੀ ਪੀਕ 'ਤੇ ਕਿਸ ਦੇ ਟਾਈਮ 'ਤੇ ਸੀ, ਔਰੰਗਜ਼ੇਬ ਦੇ ਟਾਈਮ 'ਤੇ ਸੀ। ਔਰੰਗਜ਼ੇਬ ਨੇ ਜੋ ਇਹ ਡੈਕਨ ਪਲੇਟਿਊ ਵਾਲਾ ਏਰੀਆ ਸੀ ਇਸ ਨੂੰ ਵੀ ਆਪਣੇ ਅੰਡਰ ਲੈ ਲਿਆ। ਔਰ ਇਸ ਡੈਕਨ ਪਲੇਟਿਊ ਦੇ ਏਰੀਆ ਨੂੰ ਆਪਣੇ ਅੰਡਰ ਲੈਣ ਲਈ ਉਹਨੇ ਲਾਈਕ 27 ਈਅਰਸ ਕੰਟੀਨਿਊਸਲੀ ਵੌਰ ਜਿਹੜੀ ਸੀਗੀ ਉਹ ਲੜੀ ਸੀਗੀ। ਦੈਨ ਤੁਸੀਂ ਵੇਖ ਸਕਦੇ ਹੋ ਕਿ ਆਲਮੋਸਟ ਪੂਰਾ ਜੋ ਇੰਡੀਅਨ ਸਬ ਕੰਟੀਨੈਂਟ ਹੈ ਉਹ ਉਹਨਾਂ ਦੇ ਅੰਡਰ ਹੈ, ਐਕਸੈਪਟ ਦਿਸ ਪਾਰਟ, ਸਾਊਥ ਇੰਡੀਆ ਦਾ ਕੁਛ ਪਾਰਟ ਛੱਡ ਕੇ ਆਲਮੋਸਟ ਪੂਰਾ ਇੰਡੀਆ ਜੋ ਸੀ ਉਹਨਾਂ ਦੇ ਅੰਡਰ ਸੀਗਾ, ਠੀਕ ਹੈ। ਇਹ ਔਰੰਗਜ਼ੇਬ ਤੱਕ ਦਾ ਸਿਨੈਰੀਓ ਹੈ। ਦੈਨ ਉਸ ਤੋਂ ਬਾਅਦ ਜਦੋਂ ਲੇਟਰ ਮੁਗਲਸ ਆਏ, ਇਹਨਾਂ ਬਾਰੇ ਅਸੀਂ ਡਿਸਕਸ ਕਰਿਆ ਸੀ ਚੰਗੀ ਤਰ੍ਹਾਂ, ਬਿਕੋਜ਼ ਇਹਨਾਂ ਬਾਰੇ ਅਸੀਂ ਮਾਡਰਨ ਹਿਸਟਰੀ ਦੇ ਵਿੱਚ ਹੀ ਪੜ੍ਹਦੇ ਹਾਂ। ਅਸੀਂ ਵੇਖਿਆ ਸੀ ਕਿ ਆਫਟਰ ਔਰੰਗਜ਼ੇਬ ਕੀ ਸਟੋਰੀ ਹੋਈ ਸੀ, ਕਿਵੇਂ ਉਹਦੇ ਜੋ ਬੇਟੇ ਸੀਗੇ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਵਗੈਰਾ ਹੋ ਗਈ ਸੀ, ਕੌਣ ਜਿੱਤਿਆ ਸੀ, ਕਿਵੇਂ, ਅਸੀਂ ਪੂਰੀ ਸਟੋਰੀ ਚੰਗੀ ਤਰ੍ਹਾਂ ਪੜ੍ਹੀ ਸੀ। ਅਤੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਬਹਾਦਰ ਸ਼ਾਹ ਆ, ਦੈਨ ਜਹਾਂਦਾਰ ਸ਼ਾਹ, ਦੈਨ ਫਾਰੂਕਸੀਅਰ,
ਮੁਹੰਮਦ ਸ਼ਾਹ, ਅਹਿਮਦ ਸ਼ਾਹ, ਆਲਮਗੀਰ ਸੈਕਿੰਡ, ਸ਼ਾਹ ਆਲਮ ਸੈਕਿੰਡ, ਅਕਬਰ ਸੈਕਿੰਡ ਐਂਡ ਬਹਾਦਰ ਸ਼ਾਹ ਜ਼ਫਰ, ਜਿਹਨੂੰ ਬਹਾਦਰ ਸ਼ਾਹ ਸੈਕਿੰਡ ਵੀ ਬੋਲ ਦਿੰਦੇ ਨੇ, ਠੀਕ ਹੈ। ਔਰ ਇਸ ਤੋਂ ਬਾਅਦ ਜੋ ਇਹ ਪੂਰੀ ਲੀਨੇਜ ਚਲੀ ਆ ਰਹੀ ਸੀ ਇਹ ਸਾਰੀ ਖ਼ਤਮ ਕਰ ਦਿੱਤੀ ਗਈ। ਮਤਲਬ ਇੱਥੇ ਮੁਗਲ ਐਮਪਾਇਰ ਜਿਹੜਾ ਸੀ ਉਹ ਓਫੀਸ਼ੀਅਲੀ ਕੀ ਸੀ, ਖ਼ਤਮ ਹੋ ਗਿਆ ਸੀ, ਠੀਕ ਹੈ। ਬ੍ਰਿਟਿਸ਼ਰਸ ਜੋ ਸੀ ਬਿਕੋਜ਼ ਉਹ ਆ ਗਏ ਸੀਗੇ ਅਤੇ ਸਾਰਾ ਕੁਛ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਚੁੱਕਿਆ ਸੀ, ਠੀਕ ਹੈ। ਦੈਨ ਉਸ ਤੋਂ ਬਾਅਦ ਇਹ ਅਸੀਂ ਪੜ੍ਹੇ ਸੀ ਕਿ ਜਦੋਂ ਲੇਟਰ ਮੁਗਲ ਰੂਲਰਸ ਵੀਕ ਹੋਏ ਸੀਗੇ, ਠੀਕ ਹੈ, ਅਤੇ ਉਸ ਟਾਈਮ 'ਤੇ ਬਹੁਤ ਸਾਰੇ ਰੀਜਨਲ ਕਿੰਗਡਮਸ ਬਣ ਕੇ ਆਏ ਸੀਗੇ। ਇਹ ਉਹਨਾਂ ਦੀ ਲੋਕੇਸ਼ਨ ਹੈ ਜਿਨ੍ਹਾਂ ਦੇ ਬਾਰੇ ਅਸੀਂ ਬਹੁਤ ਹੀ ਚੰਗੀ ਤਰ੍ਹਾਂ ਡਿਸਕਸ਼ਨ ਕੀਤੀ ਹੈ। ਇਹਨਾਂ ਦੇ ਉੱਪਰ ਮੈਂ ਡੈਡੀਕੇਟਿਡ ਵੀਡੀਓਜ਼ ਬਣਾਈਆਂ ਨੇ। ਰਾਜਪੂਤਸ ਬਾਰੇ ਅਸੀਂ ਵੇਖਿਆ, ਮਾਈਸੌਰ ਬਾਰੇ ਅਸੀਂ ਵੇਖਿਆ, ਹੈਦਰਾਬਾਦ ਬਾਰੇ ਪੜ੍ਹਿਆ, ਮਰਾਠਾਸ ਬਾਰੇ ਪੜ੍ਹਿਆ। ਮਰਾਠਾਸ 'ਚ ਅਸੀਂ ਪੇਸ਼ਵਾ ਏਰਾ ਜੋ ਸੀ ਉਸ ਬਾਰੇ ਸਟੱਡੀ ਕੀਤੀ। ਦੈਨ ਅਸੀਂ ਬੰਗਾਲ ਦੇ ਰੀਜਨ ਬਾਰੇ ਵੀ ਦੇਖਿਆ, ਅਵਧ ਬਾਰੇ ਵੀ ਅਸੀਂ ਸਟੱਡੀ ਕੀਤੀ। ਈਵਨ ਜਾਟ ਉਰੇ ਕਿਤੇ ਇੱਕ ਏਰੀਆ ਸੀ ਜਾਟ ਵਗੈਰਾ ਦਾ, ਉਹਨਾਂ ਬਾਰੇ ਵੀ ਸਟੱਡੀ ਕੀਤੀ। ਪੰਜਾਬ ਦਾ ਏਰੀਆ ਸੀਗਾ ਸਿੱਖ ਐਮਪਾਇਰ, ਉਸ ਦੇ ਬਾਰੇ ਵੀ ਅਸੀਂ ਸਟੱਡੀ ਕੀਤੀ ਸੀਗੀ, ਠੀਕ ਹੈ। ਔਰ ਉਸ ਤੋਂ ਬਾਅਦ ਇਹੀ ਜੋ ਮੈਂ ਤੁਹਾਨੂੰ ਪਿੱਛੇ ਦੱਸ ਕੇ ਹਟੀ ਹਾਂ ਕਿ ਜਿਹੜੇ ਇਹ ਰੀਜਨਲ ਸਟੇਟਸ ਸੀਗੇ ਇਹਨਾਂ ਨੂੰ ਅਸੀਂ 3 ਕੈਟੇਗਰੀਜ਼ 'ਚ ਰੱਖਿਆ ਸੀ, ਨਿਊ ਸਟੇਟਸ, ਇੰਡੀਪੈਂਡੈਂਟ ਕਿੰਗਡਮਸ ਐਂਡ ਸਕਸੈਸਰ ਸਟੇਟਸ, ਠੀਕ ਹੈ। ਨਿਊ ਸਟੇਟਸ 'ਚ ਕਿਹੜੇ ਸਟੇਟਸ ਆ ਗਏ, ਸਿੱਖ, ਜਾਟ ਐਂਡ ਮਰਾਠਾਸ। ਇਹ ਬਿਲਕੁਲ ਨਿਊ ਸੀ। ਮਤਲਬ ਇਹ ਮੁਗਲ ਐਮਪਾਇਰ ਜਦੋਂ ਵੀਕ ਹੋਇਆ, ਲੇਟਰ ਮੁਗਲ ਰੂਲਰਸ ਜਦੋਂ ਵੀਕ ਹੋਏ ਉਦੋਂ ਇਹ ਰੈਬਲ ਗਰੁੱਪ ਬਣ ਕੇ ਆਇਆ, ਠੀਕ ਹੈ। ਇਹ ਮੁਗਲ ਐਮਪਾਇਰ ਤੋਂ ਪਹਿਲਾਂ ਐਗਜ਼ਿਸਟ ਨਹੀਂ ਕਰਦੇ ਸੀ, ਦੇ ਵਰ ਨਿਊ, ਟੋਟਲੀ ਨਿਊ, ਠੀਕ ਹੈ। ਦੈਨ ਉਸ ਤੋਂ ਬਾਅਦ ਇੰਡੀਪੈਂਡੈਂਟ ਕਿੰਗਡਮ ਔਰ ਸਕਸੈਸਰ ਸਟੇਟ, ਇਸ ਦੋਵਾਂ ਦੇ ਵਿੱਚ ਕਨਫਿਊਜ਼ਨ ਤੁਹਾਨੂੰ ਹੋ ਸਕਦੀ ਹੈ। ਇੰਡੀਪੈਂਡੈਂਟ ਕਿੰਗਡਮਸ ਕਿਹੜੇ ਸੀਗੇ ਅਤੇ ਸਕਸੈਸਰ ਸਟੇਟਸ ਕਿਹੜੇ ਸੀਗੇ। ਦੇਖੋ ਸਕਸੈਸਰ ਸਟੇਟਸ ਜਿਹੜੇ ਸੀਗੇ ਉਹ ਇੱਦਾਂ ਸੀ ਕਿ ਜਦੋਂ ਮੁਗਲ ਪਾਵਰ ਡਿਕਲਾਈਨ ਕਰ ਗਈ ਤਾਂ ਉਹਨਾਂ ਦਾ ਜੋ ਆਸ-ਪਾਸ ਦੇ ਏਰੀਆ ਦੇ ਉੱਪਰ ਜੋ ਕੰਟਰੋਲ ਸੀ ਉਹ ਵੀ ਘਟ ਗਿਆ, ਠੀਕ ਹੈ। ਅਤੇ ਉੱਥੇ ਇੱਕ ਪਾਵਰ ਵੈਕਿਊਮ ਕ੍ਰੀਏਟ ਹੋ ਗਿਆ ਸੀ। ਤਾਂ ਜਿਹੜੇ ਲੋਕਲ ਗਵਰਨਰ ਸੀ ਉਹਨਾਂ ਨੇ ਇਸ ਚੀਜ਼ ਦੀ ਐਡਵਾਂਟੇਜ ਲੈ ਕੇ ਉਹਨਾਂ ਨੇ ਆਪਣੇ ਆਪ ਨੂੰ ਮੋਰ ਆਟੋਨੋਮਸ ਕਰਨਾ ਸ਼ੁਰੂ ਕਰਤਾ। ਮਤਲਬ ਉਹਨਾਂ ਨੇ ਨਾਲ ਦੀ ਨਾਲ ਆਪਣੇ ਆਪ ਨੂੰ ਆਜ਼ਾਦ ਨਹੀਂ ਕੀਤਾ ਡਿਕਲੇਅਰ। ਇੱਦਾਂ ਨਹੀਂ ਬੋਲਿਆ ਕਿ ਹੁਣ ਤੋਂ ਅਸੀਂ ਮੁਗਲ ਬਾਦਸ਼ਾਹ ਨੂੰ ਨਹੀਂ ਮੰਨਦੇ ਕਿ ਨਾਲ ਦੀ ਨਾਲ ਹੀ ਤੁਸੀਂ ਆਜ਼ਾਦ ਹੋ ਗਏ, ਠੀਕ ਹੈ। ਉਹ ਲਾਈਕ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆਟੋਨੋਮਸ ਫੀਲ ਕਰਨ ਲੱਗ ਗਏ, ਠੀਕ ਹੈ। ਤੋ ਹੈ ਤਾਂ ਉਹ ਮੁਗਲ ਰੂਲ ਦੇ ਅੰਡਰ ਸੀ ਬਟ ਮੁਗਲ ਕਿੰਗ ਜਿਹੜਾ ਸੀ ਉਹ ਵੀਕ ਪੈ ਗਿਆ ਸੀ, ਉਹਦਾ ਇੰਨਾ ਜ਼ਿਆਦਾ ਪ੍ਰਭਾਵ ਜਿਹੜਾ ਸੀਗਾ, ਇਨਫਲੂਐਂਸ ਨਹੀਂ ਸੀਗਾ। ਸੋ ਇਸ ਕਰਕੇ ਇਹ ਆਟੋਨੋਮਸ ਬਣਦੇ ਗਏ ਅਤੇ ਹੌਲੀ ਹੌਲੀ ਇਹਨਾਂ ਨੇ ਆਪਣੀ ਜੋ ਆਟੋਨੋਮੀ ਲਿੱਤੀ। ਦੈਨ ਫਿਰ ਐਂਡ 'ਚ ਜਾ ਕੇ ਇਹਨਾਂ ਨੇ ਆਪਣੇ ਆਪ ਨੂੰ ਕੀ ਕਹਿਤਾ ਕਿ ਅਸੀਂ ਜੋ ਹੈ ਪੂਰੀ ਤਰ੍ਹਾਂ ਹੁਣ ਮੁਗਲਾਂ ਤੋਂ ਕੀ ਹੈ, ਆਜ਼ਾਦ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿਹੜੇ ਅਗਰ ਤੁਸੀਂ ਈਵਨ ਫੀਚਰਸ ਦੱਸਣੇ ਹੋਣ ਸਕਸੈਸਰ ਸਟੇਟਸ ਦੇ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਉਹਨਾਂ ਨੇ ਹੌਲੀ ਹੌਲੀ ਆਟੋਨੋਮੀ ਜਿਹੜੀ ਸੀ ਉਹਦੀ ਮੰਗ ਕੀਤੀ, ਆਟੋਨੋਮਸ ਹੁੰਦੇ ਗਏ ਬਟ ਉਹਨਾਂ ਨੇ ਕਦੇ ਵੀ ਮੁਗਲਸ ਨਾਲ ਕਨਫਰੰਟ੍ਰੇਸ਼ਨ ਨਹੀਂ ਕੀਤਾ ਡਾਇਰੈਕਟਲੀ, ਠੀਕ ਹੈ। ਬਟ ਇੰਡੀਪੈਂਡੈਂਟ ਕਿੰਗਡਮਸ ਜੋ ਸੀ ਉਹ ਇੱਦਾਂ ਸੀ ਕਿ ਇਹ ਜਿਹੜੇ ਸੀਗੇ ਇਹ ਪਹਿਲਾਂ ਤੋਂ ਹੀ ਇਹਨਾਂ ਕੋਲ ਇਨਫ ਆਟੋਨੋਮੀ ਸੀ। ਮੁਗਲਾਂ ਦੇ ਅੰਡਰ ਤਾਂ ਇਹ ਸੀਗੇ ਬਟ ਮੁਗਲਾਂ ਦਾ ਇਹਨਾਂ ਦੇ ਉੱਪਰ ਕੋਈ ਜ਼ਿਆਦਾ ਇਨਫਲੂਐਂਸ ਨਹੀਂ ਸੀਗਾ, ਠੀਕ ਹੈ। ਸੋ ਇਹਨਾਂ ਨੇ ਤਾਂ ਈਵਨ ਡਾਇਰੈਕਟਲੀ ਆਪਣਾ ਜੋ ਫਰੀਡਮ ਸੀ ਉਸ ਨੂੰ ਡਿਕਲੇਅਰ ਕਰਤਾ ਕਿ ਅਸੀਂ ਹੁਣ ਤੁਹਾਡੇ ਕੋਲੋਂ ਆਜ਼ਾਦ ਹੈ, ਠੀਕ ਹੈ। ਅਸੀਂ ਹੁਣ ਤੁਹਾਨੂੰ ਕੋਈ ਵੀ ਟ੍ਰਿਬਿਊਟ ਨਹੀਂ ਦੇਵਾਂਗੇ। ਔਰ ਇਹਨਾਂ ਨੇ ਤਾਂ ਈਵਨ ਇਹ ਤੱਕ ਗੱਲ ਵੀ ਬੋਲਤੀ ਸੀ ਕਿ ਅਗਰ ਤੁਸੀਂ ਆ ਕੇ ਲੜਨਾ ਹੈ ਤਾਂ ਤੁਸੀਂ ਲੜ ਵੀ ਸਕਦੇ ਹੋ, ਠੀਕ ਹੈ। ਸੋ ਇਹ ਸੀਗਾ ਬੇਸਿਕ ਡਿਫਰੈਂਸ ਬਿਟਵੀਨ ਇੰਡੀਪੈਂਡੈਂਟ ਕਿੰਗਡਮਸ ਐਂਡ ਸਕਸੈਸਰ ਸਟੇਟਸ, ਠੀਕ ਹੈ। ਸੋ ਇਹਦੇ ਬਾਰੇ ਵੈਸੇ ਮੈਂ ਪਹਿਲਾਂ ਹੀ ਆਲਰੇਡੀ ਬਹੁਤ ਚੰਗੀ ਤਰ੍ਹਾਂ ਡਿਸਕਸ਼ਨ ਕਰ ਚੁੱਕੀ ਹਾਂ। ਇਹ ਜਸਟ ਮੈਂ ਇੱਕ ਓਵਰਵਿਊ ਦੇਤਾ ਤੁਹਾਨੂੰ ਦੁਬਾਰਾ ਤੋਂ ਬਿਕੋਜ਼ ਇਹ ਲਾਸਟ ਟਾਈਮ ਸੀ ਜੋ ਮੈਂ ਡਿਸਕਸ ਕਰ ਰਹੀ ਸੀ। ਹੁਣ ਅਸੀਂ ਇਸ ਨੂੰ ਹੋਰ ਡਿਸਕਸ ਨਹੀਂ ਕਰਾਂਗੇ, ਠੀਕ ਹੈ। ਸੋ ਲੈਟਸ ਮੂਵ ਔਨ। ਹੁਣ ਅਸੀਂ ਸਟਾਰਟ ਕਰਾਂਗੇ ਕਿ ਨੇਚਰ ਐਂਡ ਲਿਮਿਟੇਸ਼ਨਸ ਕੀ ਸੀਗੀ ਰੀਜਨਲ ਸਟੇਟਸ ਦੀ। ਹਾਂਜੀ, ਅਤੇ ਜਿਹੜੀ ਦੇਖੋ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਇੱਥੇ ਕੀ ਲਿਖਿਆ, ਜਿਹੜੀ ਪੋਲਿਟੀ ਸੀਗੀ ਜੋ ਇਹ ਸਟੇਟਸ ਦੇ ਵਿੱਚ ਐਮਰਜ ਹੋ ਕੇ ਆਈ ਸੀ that was regional in character and functional with the support of various local groups like the zamindar, merchants, local nobles and chiefs, ਠੀਕ ਹੈ। ਹੁਣ ਇੱਥੇ ਕੀ ਲਿਖਿਆ ਹੋਇਆ ਕਿ ਜੋ ਇਹ ਰੀਜਨਲ ਸਟੇਟਸ ਦੀ ਪੋਲਿਟੀ ਸੀ ਇਹ ਰੀਜਨਲ ਕਰੈਕਟਰ ਦੀ ਸੀਗੀ। ਮਤਲਬ ਕਿ ਇਹਨਾਂ ਕੋਲ ਲਿਮਿਟਿਡ ਰਿਸੋਰਸਿਸ ਸੀਗੇ
ਔਰ ਇਹ ਲਿਮਿਟਿਡ ਤਰੀਕੇ ਨਾਲ ਹੀ ਆਪਣਾ ਰੂਲ ਜਿਹੜੇ ਸੀ ਉਹ ਚਲਾ ਰਹੇ ਸੀ। ਠੀਕ ਹੈ, ਹੁਣ ਕਈ ਵਾਰ ਤਾਂ ਇੱਦਾਂ ਹੁੰਦਾ ਸੀ ਕਿ ਇਹਨਾਂ ਨੂੰ ਕਨਫਰੰਟ ਕਰਨਾ ਪੈ ਜਾਂਦਾ ਸੀ ਸੈਂਟਰਲ ਅਥੋਰਿਟੀ ਦੇ ਨਾਲ। ਠੀਕ ਹੈ, ਔਰ ਕਈ ਵਾਰ ਉਹ ਸੈਂਟਰਲ ਅਥੋਰਿਟੀ ਦਾ ਮਤਲਬ ਲਾਈਕ ਸੈਂਟਰਲ ਅਥੋਰਿਟੀ ਦੇ ਨਾਲ ਲੜਨ ਲਈ ਇਹਨਾਂ ਨੂੰ ਬਹੁਤ ਲੋਕਾਂ ਦਾ ਕੀ ਸੀ ਸਪੋਰਟ ਵੀ ਲੈਣਾ ਪੈ ਜਾਂਦਾ ਸੀ। ਠੀਕ ਹੈ, ਅਤੇ ਬੋਥ ਕੇਸਿਸ ਦੇ ਵਿੱਚ ਮਤਲਬ ਲਾਈਕ ਜਿਵੇਂ ਕਿ ਅਸੀਂ ਬੋਲ ਦਿੰਦੇ ਹੈ ਕਿ ਕਈ ਵਾਰ ਕੀ ਹੁੰਦਾ ਸੀ, ਹੁਣ ਦੇਖੋ ਸੈਂਟਰਲ ਦੇ ਵਿੱਚ ਅਥੋਰਿਟੀ ਹੈ, ਤੁਸੀਂ ਉਹਨੂੰ ਉਦੋਂ ਤੱਕ ਕਨਫਰੰਟ ਨਹੀਂ ਕਰੋਗੇ ਜਦੋਂ ਤੱਕ ਉਹ ਕੀ ਹੈ ਸਟਰੋਂਗ ਹੈ। ਅਗਰ ਉਹ ਵੀਕ ਪੈ ਗਈ, ਠੀਕ ਹੈ, ਦੈਨ ਤਾਂ ਤੁਸੀਂ ਉਸਨੂੰ ਕਨਫਰੰਟ ਕਰ ਸਕਦੇ ਹੋ। ਤਾਂ ਹੁਣ ਕਈ ਵਾਰ ਕੀ ਹੁੰਦਾ ਸੀ, ਸਮਟਾਈਮਸ ਉਹਨਾਂ ਨੂੰ ਕਨਫਰੰਟ ਕਰਨਾ ਪੈ ਜਾਂਦਾ ਸੀ ਸੈਂਟਰਲ ਅਥੋਰਿਟੀ ਦੇ ਨਾਲ। ਠੀਕ ਹੈ, ਸੋ ਉਸ ਲਈ ਉਹ ਕੀ ਕਰਦੇ ਸੀਗੇ, ਉਹਨਾਂ ਨੂੰ ਸਪੋਰਟ ਚਾਹੀਦਾ ਸੀਗਾ। ਹੁਣ ਕਿਸ ਦਾ ਸਪੋਰਟ ਮਿਲਦਾ ਸੀ ਉਹਨਾਂ ਨੂੰ, ਇਸ ਲਈ ਉਹਨਾਂ ਨੂੰ ਸਪੋਰਟ ਮਿਲਦਾ ਸੀਗਾ ਲੋਕਲ ਜੋ ਜ਼ਮੀਂਦਾਰ ਹੋ ਗਏ, ਮਰਚੈਂਟਸ ਹੋ ਗਏ। ਠੀਕ ਹੈ, ਬਿਕੋਜ਼ ਓਬਵੀਅਸ ਹੈ ਕਿ ਤੁਸੀਂ ਅਗਰ ਰੂਲ ਕਰ ਪਾ ਰਹੇ ਹੋ ਅਤੇ ਇਹ ਰੂਲ ਤੁਸੀਂ ਤਾਂ ਹੀ ਕਰ ਪਾ ਰਹੇ ਹੋ ਬਿਕੋਜ਼ ਤੁਹਾਨੂੰ ਇਹਨਾਂ ਦਾ ਮਰਚੈਂਟਸ, ਲੋਕਲ ਨੋਬਲਸ ਹੈ, ਜ਼ਮੀਨਦਾਰਸ ਦਾ ਸਪੋਰਟ ਹੈ। ਦੇਖੋ ਪਤਾ ਕੀ ਹੈ, ਰੀਜਨਲ ਕਰੈਕਟਰ ਦੀ ਸੀਗੀ ਇਹਨਾਂ ਦੀ ਪੋਲਿਟੀ। ਛੋਟੇ ਛੋਟੇ ਰੀਜਨਸ ਦੇ ਵਿੱਚ ਹੀ ਕੀ ਕਰ ਰਹੇ ਸੀਗੇ, ਆਪਣਾ ਰੂਲ ਕਰ ਰਹੇ ਸੀਗੇ। ਹੁਣ ਮੰਨ ਲਓ ਕਿ ਅਗਰ ਕੋਈ ਸੈਂਟਰਲ ਅਥੋਰਿਟੀ ਹੈ, ਕੋਈ ਸੈਂਟਰ ਦੇ ਵਿੱਚ ਮੇਨ ਰੂਲਰ ਹੈ, ਜਿਵੇਂ ਕਿ ਮੁਗਲ ਸੀਗੇ। ਹੁਣ ਅਗਰ ਮਤਲਬ ਲਾਈਕ ਅਗਰ ਮੁਗਲਸ ਇਤਨੇ ਜ਼ਿਆਦਾ ਇੰਨੇ ਜ਼ਿਆਦਾ ਪਾਵਰਫੁਲ ਸੀਗੇ ਕਿ ਅਗਰ ਉਹ ਲਾਈਕ ਉਹਨਾਂ ਨੂੰ ਇਹ ਲੋਕਲ ਜ਼ਮੀਂਦਾਰ ਜਾਂ ਕਿਸੇ ਕਿੰਗ ਦਾ ਸਪੋਰਟ ਨਾ ਵੀ ਮਿਲੇ ਤਾਂ ਵੀ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਣ ਲੱਗਿਆ ਸੀ, ਬਿਕੋਜ਼ ਉਹਨਾਂ ਕੋਲ ਇਨਫ ਪਾਵਰ ਸੀਗੀ ਕਿ ਉਹ ਉਸ ਨਾਲ ਕਨਫਰੰਟ ਵੀ ਕਰ ਲੈਣ। ਠੀਕ ਹੈ, ਬਟ ਹੁਣ ਇਹੀ ਚੀਜ਼ ਸੀ ਕਿਉਂਕਿ ਉਹਨਾਂ ਦਾ ਇੱਕ ਚੀਜ਼ ਇਹ ਵੀ ਸੀ ਕਿ ਉਹਨਾਂ ਦਾ ਪੂਰਾ ਮੁਗਲਸ ਦਾ ਕੰਟਰੋਲ ਵੀ ਸੀ, ਸੈਂਟਰਲ ਅਥੋਰਿਟੀ ਦਾ ਇਹਨਾਂ ਦੇ ਉੱਪਰ ਪ੍ਰੋਪਰ ਕੰਟਰੋਲ ਵੀ ਸੀ। ਕੋਈ ਹਿੰਮਤ ਵੀ ਨਹੀਂ ਕਰਦਾ ਸੀ ਆਪਣੀ ਅੱਖ ਚੱਕਣ ਦੀ। ਠੀਕ ਹੈ, ਬਟ ਇਹ ਜਿਹੜੇ ਰੀਜਨਲ ਸਟੇਟਸ ਸੀਗੇ ਇਹ ਛੋਟੇ ਛੋਟੇ ਇਲਾਕਿਆਂ ਦੇ ਵਿੱਚ ਹਜੇ ਐਮਰਜ ਹੋ ਰਹੇ ਸੀਗੇ, ਉਸ ਲਈ ਇਹਨਾਂ ਨੂੰ ਸਪੋਰਟ ਚਾਹੀਦੀ ਸੀਗੀ। ਠੀਕ ਹੈ, ਤਾਂ ਇਹਨਾਂ ਨੂੰ ਸਪੋਰਟ ਕਿਸ ਦੀ ਸੀਗੀ, ਜੋ ਜ਼ਮੀਂਦਾਰ ਸੀ, ਮਰਚੈਂਟ ਸੀ, ਲੋਕਲ ਨੋਬਲ ਸੀ, ਚੀਫ ਸੀ, ਉਹਨਾਂ ਦੀ ਇਹਨਾਂ ਨੂੰ ਸਪੋਰਟ ਸੀਗੀ। ਠੀਕ ਹੈ, ਇਨ ਮਾਈਸੌਰ ਰੂਲਰਸ ਡਿਡਨਟ ਰਿਕਗਨਾਈਜ਼ ਦਾ ਲੋਕਲ ਚੀਫਟਨਸ। ਹੁਣ ਦੇਖੋ ਮਾਈਸੌਰ ਦੇ ਵਿੱਚ ਕੀ ਹੋਇਆ ਸੀ, ਹੁਣ ਆਪਣੇ ਆਪ ਨੂੰ ਐਜ਼ਰਟ ਕਰਨ ਲਈ, ਆਪਣਾ ਰੂਲ ਚਰਾਈ ਰੱਖਣ ਲਈ ਤੁਹਾਨੂੰ ਕਿਹਨਾਂ ਦੀ ਜ਼ਰੂਰਤ ਹੈ, ਆਪਣੇ ਆਪ ਨੂੰ ਸਸਟੇਨ ਕਰਵਾਉਣ ਲਈ ਇਹ ਸਪੋਰਟ ਸਿਸਟਮ ਦੀ ਜ਼ਰੂਰਤ ਹੈ। ਠੀਕ ਹੈ, ਜ਼ਮੀਂਦਾਰ, ਮਰਚੈਂਟ, ਲੋਕਲ ਨੋਬਲ ਐਂਡ ਚੀਫਸ, ਤਾਂ ਹੀ ਤਾਂ ਇਹ ਸਸਟੇਨ ਕਰ ਪਾਉਂਗੇ। ਈਵਨ ਮਾਈਸੌਰ ਦੀ ਅਗਰ ਅਸੀਂ ਗੱਲ ਕਰੀਏ, ਮਾਈਸੌਰ ਦੇ ਵਿੱਚ ਜਿਹੜਾ ਰੂਲਰ ਸੀਗਾ ਵਾੜਿਆ ਡਾਇਨੈਸਟੀ ਸੀ, ਅਸੀਂ ਇਸ ਬਾਰੇ ਡਿਸਕਸ ਕਰ ਚੁੱਕੇ ਹਾਂ। ਮਾਈਸੌਰ 'ਚ ਜੋ ਇੱਕ ਵਾੜਿਆ ਡਾਇਨੈਸਟੀ ਸੀਗੀ, ਠੀਕ ਹੈ, ਉੱਥੇ ਕੀ ਸੀ ਕਿ ਉੱਥੇ ਜੋ ਉਹ ਰੂਲ ਕਰ ਰਹੇ ਸੀਗੇ ਅਤੇ ਉਹ ਓਬਵੀਅਸ ਹੈ ਕਿ ਸਟਾਰਟਿੰਗ ਦੇ ਵਿੱਚ ਤਾਂ ਉਹ ਉੱਥੇ ਦੇ ਜਿਹੜੇ ਮਰਚੈਂਟਸ, ਜ਼ਮੀਂਦਾਰ ਵਗੈਰਾ ਸੀ ਉਹਨੂੰ ਪੁੱਛਦੇ ਸੀਗੇ। ਠੀਕ ਹੈ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਤਵੱਜੋ ਦੇਣਾ ਬੰਦ ਕਰਤੀ, ਇੰਪੋਰਟੈਂਸ ਦੇਣਾ ਬੰਦ ਕਰਤੀ। ਇਸ ਕਰਕੇ ਤੁਸੀਂ ਦੇਖੋਗੇ ਕਿ ਮਾਈਸੌਰ ਦੇ ਵਿੱਚ ਵਾੜਿਆ ਡਾਇਨੈਸਟੀ ਜਿਹੜੀ ਸੀ, ਜਦੋਂ ਉਹਨਾਂ ਨੇ ਲੋਕਲ ਚੀਫਸ ਦੇ ਵੱਲ ਧਿਆਨ ਨਹੀਂ ਦਿੱਤਾ, ਉਹ ਕਾਫੀ ਜ਼ਿਆਦਾ ਉਹਨਾਂ ਨੇ ਸਪੋਰਟ ਖੋਹ ਲਿਆ, ਇਹ ਬਹੁਤ ਜ਼ਿਆਦਾ ਵੀਕ ਪੈ ਗਏ ਅਤੇ ਫਾਈਨਲੀ ਫਿਰ ਉਹਨਾਂ ਦਾ ਜੋ ਇੱਕ ਮਿਲੀਟਰੀ ਕਮਾਂਡਰ ਸੀ ਹੈਦਰ ਅਲੀ, ਉਸਨੇ ਜੋ ਸੱਤਾ ਸੀਗੀ, ਪਾਵਰ ਸੀਗੀ, ਉਹ ਆਪਣੇ ਹੱਥ ਦੇ ਵਿੱਚ ਲੈ ਲਈ। ਸੋ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਵੇਰੀਅਸ ਲੋਕਲ ਗਰੁੱਪਸ ਸੀ, ਇਹਨਾਂ ਦਾ ਕਿੱਡਾ ਵੱਡਾ ਇੱਕ ਸਪੋਰਟ ਸਿਸਟਮ ਸੀ ਕਿਸੇ ਵੀ ਜੋ ਰੀਜਨਲ ਕਿੰਗਡਮ ਹੈ ਉਸਨੂੰ ਸਪੋਰਟ ਕਰਨ ਲਈ। ਦੈਨ ਉਸ ਤੋਂ ਬਾਅਦ ਜੋ ਪ੍ਰੋਵਿੰਸ਼ੀਅਲ ਰੂਲਰ ਸੀਗੇ ਫੇਲ ਟੂ ਡਿਵੈਲਪ ਅ ਸਿਸਟਮ ਬੇਸਡ ਔਨ ਗੁੱਡ ਫਾਈਨੈਂਸ਼ੀਅਲ, ਐਡਮਿਨਿਸਟ੍ਰੇਟਿਵ ਐਂਡ ਮਿਲੀਟਰੀ ਆਰਗੇਨਾਈਜੇਸ਼ਨ। ਸਮ ਆਫ them try to modernize, notably Mysore. Overall they were backward in science and tech. ਹੁਣ ਕੀ ਸੀ, ਇਹ ਜਿਹੜੇ ਪ੍ਰੋਵਿੰਸ਼ੀਅਲ ਰੂਲਰ ਹੁੰਦੇ ਸੀਗੇ, ਇਹਨਾਂ ਦਾ ਜਿਹੜਾ ਸਿਸਟਮ ਸੀਗਾ ਫਾਈਨੈਂਸ਼ੀਅਲ ਐਡਮਿਨਿਸਟ੍ਰੇਟਿਵ ਸਿਸਟਮ, ਇਹ ਅੱਛਾ ਨਹੀਂ ਸੀਗਾ। ਠੀਕ ਹੈ, ਇੱਥੇ ਕੋਈ ਡਿਵੈਲਪਮੈਂਟ ਨਹੀਂ ਸੀਗੀ। ਇਹੀ ਰੀਜ਼ਨ ਸੀ ਕਿ ਇਹ ਕਦੇ ਸੈਂਟਰਲ ਅਥੋਰਿਟੀ ਨੂੰ ਰਿਪਲੇਸ ਕਰਕੇ ਆਪਣੀ ਜਗ੍ਹਾ ਬਣਾ ਵੀ ਨਹੀਂ ਸਕੇ। ਠੀਕ ਹੈ, ਹੁਣ ਇੰਨੇ ਸਾਰੇ ਤਾਂ ਲੋਕਲ ਲੈਵਲ 'ਤੇ ਤੁਸੀਂ ਦੇਖੋਗੇ ਰੀਜਨਲ ਸਟੇਟਸ ਇਵੋਲਵ ਹੋਏ ਸੀਗੇ, ਬਟ ਕੋਈ ਵੀ ਇੰਡੀਆ ਨੂੰ ਡੋਮੀਨੇਟ ਨਹੀਂ ਕਰ ਪਾਇਆ ਇੱਕ ਸੈਂਟਰਲਾਈਜ਼ਡ ਫੋਰਮ ਦੇ ਵਿੱਚ, ਜਿੱਦਾਂ ਕਿ ਦਿੱਲੀ ਦੇ ਸੁਲਤਾਨਸ ਨੇ ਕੀਤਾ ਸੀ ਸਲਤਨਤ ਪੀਰੀਅਡ ਦੇ ਵਿੱਚ ਅਸੀਂ ਪੜ੍ਹਾਂਗੇ, ਈਵਨ ਮੁਗਲਸ ਨੇ ਕੀਤਾ ਸੀਗਾ। ਇੱਦਾਂ ਇਹ ਰੂਲ ਨਹੀਂ ਕਰ ਪਾਏ। ਜੋ ਮਰਾਠਾ ਪਾਵਰ ਸੀ,
ਮਰਾਠਾ ਪਾਵਰ ਸਟਰੋਂਗ ਤਾਂ ਸੀਗੀ, ਬਟ ਉਹਨਾਂ ਦਾ ਜੋ ਪੂਰਾ ਸਿਸਟਮ ਹੀ ਸੀ ਉਹ ਕਾਫੀ ਜ਼ਿਆਦਾ ਡੀਸੈਂਟਰਲਾਈਜ਼ਡ ਸੀ। ਮਤਲਬ ਬਹੁਤ ਸਾਰੇ ਜਿਹੜੇ ਲੋਕਲ ਰੂਲਰ ਸੀਗੇ, ਠੀਕ ਹੈ, ਉਹ ਮਿਲ ਕੇ ਮਰਾਠਾ ਪਾਵਰ ਨੂੰ ਸਟਰੋਂਗ ਕਰਦੇ ਸੀਗੇ, ਠੀਕ ਹੈ। ਲੇਕਿਨ ਉਹ ਇੰਨੇ ਜ਼ਿਆਦਾ ਮਰਾਠਾਜ਼ ਆਪਣੇ ਆਪ 'ਚ ਸ਼ਕਤੀਸ਼ਾਲੀ ਜਾਂ ਪਾਵਰਫੁਲ ਨਹੀਂ ਬਣ ਪਾਏ, ਬਿਕੋਜ਼ ਕਿ ਉਹ ਮਤਲਬ ਕਿ ਲਾਈਕ ਇੰਡੀਆ ਨੂੰ ਕਿ ਸੈਂਟਰਲਾਈਜ਼ਡ ਵੇ ਦੇ ਵਿੱਚ ਕੀ ਕਰ ਪਾਉਣ, ਰੂਲ ਕਰ ਪਾਉਣ, ਠੀਕ ਹੈ। ਈਵਨ ਉਹ ਆਪਣੀ ਜਦੋਂ ਟੈਰੀਟਰੀਜ਼ ਵੀ ਐਕਸਟੈਂਡ ਕਰਦੇ ਸੀਗੇ, ਠੀਕ ਹੈ, ਤਾਂ ਮਰਾਠਾਸ ਜੋ ਸੀ ਉਹਨਾਂ ਦੀ ਪੂਰੀ ਜੋ ਡਿਪੈਂਡੈਂਸ ਸੀਗੀ ਉਹ ਕਿਸ 'ਤੇ ਸੀਗੀ, ਚੌਥ ਐਂਡ ਸਰਦੇਸ਼ ਮੁਖੀ। ਇਹ ਇੱਕ ਤਰ੍ਹਾਂ ਦੇ ਟੈਕਸ ਹੁੰਦੇ ਸੀ ਜੋ ਉਹ ਜਿਸ ਵੀ ਟੈਰੀਟਰੀ ਨੂੰ ਆਪਣੇ ਅੰਡਰ ਲੈ ਲੈਂਦੇ ਸੀ ਨਾ, ਕਬਜ਼ਾ ਕਰ ਲੈਂਦੇ ਸੀ, ਉੱਥੇ ਤੋਂ ਇਹ ਟੈਕਸ ਵਗੈਰਾ ਕੀ ਕਰਦੇ ਸੀਗੇ, ਵਸੂਲਦੇ ਸੀ। ਅਤੇ ਉਸ ਤੋਂ ਬਾਅਦ ਮਾਈਸੌਰ ਦੀ ਇੱਥੇ ਗੱਲ ਕੀਤੀ ਹੈ ਕਿ ਮਾਈਸੌਰ ਜਿਹੜਾ ਸੀਗਾ, ਅਗਰ ਤੁਸੀਂ ਵੈਸੇ ਤਾਂ ਓਵਰਆਲ ਤੁਸੀਂ ਦੇਖੋਗੇ ਕਿ ਕਿਤੇ ਵੀ ਕੋਈ ਮੋਡਰਨਾਈਜੇਸ਼ਨ ਵਰਗੀ ਚੀਜ਼ ਨਹੀਂ ਸੀ। ਈਵਨ ਮਾਈਸੌਰ ਵੀ ਜੋ ਸੀ ਉਹ ਬੈਕਵਰਡ ਸੀ ਸਾਇੰਸ ਔਰ ਟੈਕ ਦੇ ਵਿੱਚ, ਟਿਲ ਵਾੜਿਆ ਡਾਇਨੈਸਟੀ, ਠੀਕ ਹੈ। ਬਟ ਜਦੋਂ ਹੈਦਰ ਅਲੀ ਉੱਥੇ ਆਏ ਤਾਂ ਉਹਨਾਂ ਨੇ ਬਹੁਤ ਸਾਰੀ ਫੀਲਡਸ ਦੇ ਵਿੱਚ ਤੁਸੀਂ ਵੇਖੋਗੇ ਕਿ ਐਡਵਾਂਸਮੈਂਟ ਕਰਨੀ ਸਟਾਰਟ ਕਰਤੀ। ਉਸ ਤੋਂ ਬਾਅਦ ਜਿਹੜੀ ਨੈਕਸਟ ਲਿਮਿਟੇਸ਼ਨ ਸੀ, ਦੈਟ ਵਾਜ਼ ਦੇਅਰ ਕੰਟੀਨਿਊਸ ਵਾਰਫੇਅਰ ਵਿਦ ਦ ਨੇਬਰਿੰਗ ਸਟੇਟਸ, ਵਾਰਸ ਇਨ ਵਿਚ ਨਨ ਕੁਡ ਅਲਟੀਮੇਟਲੀ ਵਨ ਐਂਡ ਡੋਮੀਨੇਟ। ਤਾਂ ਤੁਸੀਂ ਦੇਖੋਗੇ ਕਿ ਇੱਕ ਲਿਮਿਟੇਸ਼ਨ ਹੋਰ ਸੀ ਕਿ ਇਹ ਜਿਹੜੇ ਰੀਜਨਲ ਸਟੇਟਸ ਸੀਗੇ ਇਹ ਆਪਸ ਦੇ ਵਿੱਚ ਹੀ ਕੰਟੀਨਿਊਸ ਵਾਰਫੇਅਰ ਕਰਦੇ ਰਹਿੰਦੇ ਸੀਗੇ ਆਪਣੀ ਟੈਰੀਟਰੀ ਐਕਸਟੈਂਡ ਕਰਨ ਲਈ। ਹੁਣ ਤੁਸੀਂ ਆਪਸ ਦੇ ਵਿੱਚ ਹੀ ਲੜੋਗੇ ਤਾਂ ਓਬਵੀਅਸ ਹੈ ਕਿ ਜਦੋਂ ਬ੍ਰਿਟਿਸ਼ਰਸ ਆਏ ਸੀਗੇ, ਇਹੀ ਤਾਂ ਰੀਜ਼ਨ ਹੈ ਕਿ ਜਦੋਂ ਬ੍ਰਿਟਿਸ਼ਰਸ ਆਏ, ਵੈਨ ਬ੍ਰਿਟਿਸ਼ਰਸ ਕੇਮ there was no one to confront them, ਠੀਕ ਹੈ, ਰੈਦਰ they were fighting with each other with their neighbors, ਔਰ ਆਪਣੀ ਪਾਵਰ ਗੇਨ ਕਰਨਾ ਚਾਹੁੰਦੇ ਸੀ। ਤਾਂ ਇਸੇ ਚੀਜ਼ ਦਾ ਫਾਇਦਾ ਤਾਂ ਬ੍ਰਿਟਿਸ਼ਰਸ ਨੇ ਉਠਾਇਆ, ਬਿਕੋਜ਼ ਜਦੋਂ ਬ੍ਰਿਟਿਸ਼ਰਸ ਆਏ, ਇੰਡੀਆ ਜੋ ਸੀ ਡਿਵਾਈਡਡ ਸੀਗਾ ਰੀਜਨਲ ਸਟੇਟਸ ਦੇ ਵਿੱਚ। ਤਾਂ ਇੰਡੀਆ ਜੋ ਸੀ ਦੈਟ ਵਾਜ਼ ਵੈਰੀ ਈਜ਼ੀ ਪਿਕ ਫॉर ਦੈਮ, ਕਾਫੀ ਈਜ਼ੀ ਸੀ ਇੰਡੀਆ ਨੂੰ ਨਿਸ਼ਾਨਾ ਬਣਾਉਣਾ ਆਪਣਾ। ਅਤੇ ਇੰਡੀਆ ਨੇ ਤੁਸੀਂ ਵੇਖਿਆ ਵੀ ਬਾਅਦ ਦੇ ਵਿੱਚ ਇਹਦੇ ਲਈ ਕਿੰਨਾ ਹੈਵੀ ਪ੍ਰਾਈਸ ਜਿਹੜਾ ਸੀ ਪੇ ਕੀਤਾ, ਠੀਕ ਹੈ। ਸੋ ਉਹਨਾਂ ਨੂੰ ਕਨਫਰੰਟ ਕਰਨ ਲਈ ਕੋਈ ਹੈ ਨਹੀਂ ਸੀ, ਬ੍ਰਿਟਿਸ਼ਰਸ ਆਏ ਔਰ ਉਹਨਾਂ ਨੇ ਆਪਣਾ ਉਹ ਹੌਲੀ ਹੌਲੀ ਰੂਲ ਕਰਨਾ ਕੀ ਕਰਤਾ, ਸਟਾਰਟ ਕਰਤਾ, ਠੀਕ ਹੈ। ਸੋ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਜਿਹੜੀ ਇਹ ਸਟੇਟਸ ਸੀਗੀਆਂ, ਦੇ ਵਰ ਇਨ ਫੈਕਟ ਇਨਫ ਸਟਰੋਂਗ ਟੂ ਚੈਲੰਜ ਮੁਗਲ ਪਾਵਰ, ਬਟ ਨਨ ਵਾਜ਼ ਏਬਲ ਟੂ ਰਿਪਲੇਸ ਐਜ਼ ਮੁਗਲਸ ਵਰ ਹੈਵਿੰਗ ਅ ਸਟੇਬਲ ਪੋਲਿਟੀ ਐਟ ਐਨ ਆਲ ਇੰਡੀਆ ਲੈਵਲ। ਹੁਣ ਕੀ ਸੀਗਾ ਕਿ ਇਹ ਜਿਹੜੀ ਸਟੇਟਸ ਸੀਗੀਆਂ, ਇੱਦਾਂ ਨਹੀਂ ਕਿ ਇਹ ਰੀਜਨਲ ਸਟੇਟਸ ਪਾਵਰਫੁਲ ਨਹੀਂ ਸੀ, ਇਹ ਇੰਨੀ ਮਤਲਬ ਲਾਈਕ ਦੇ ਵਰ ਪਾਵਰਫੁਲ ਇਨਫ ਕਿ ਇਹ ਚੈਲੰਜ ਕਰ ਸਕਣ ਮੁਗਲ ਪਾਵਰ ਨੂੰ। ਬਿਕੋਜ਼ ਅਗਰ ਤੁਸੀਂ ਵੇਖੋਗੇ ਲੇਟਰ ਜੋ ਮੁਗਲ ਪੀਰੀਅਡ ਸੀ, ਜੋ ਲੇਟਰ ਮੁਗਲ ਰੂਲਰਸ ਆਏ, ਉਸ ਟਾਈਮ ਦੇ ਵਿੱਚ ਉਹ ਬਹੁਤ ਜ਼ਿਆਦਾ ਐਮਪਾਇਰ ਜੋ ਸੀ ਵੀਕ ਪੈ ਚੁੱਕਿਆ ਸੀਗਾ, ਠੀਕ ਹੈ। ਬਟ ਕੋਈ ਵੀ ਇੰਨਾ ਸਟਰੋਂਗ ਨਹੀਂ ਸੀ ਕਿ ਜੋ ਮੁਗਲ ਪਾਵਰ ਨੂੰ ਕਿਆ ਕਰ ਸਕੇ, ਰਿਪਲੇਸ ਕਰ ਸਕੇ। ਮਤਲਬ ਹੁਣ ਦੇਖੋ, ਉਹ ਮੁਗਲਾਂ ਨੂੰ ਹਰਾ ਤਾਂ ਸਕਦੇ ਸੀ, ਇੰਨੇ ਸਟਰੋਂਗ ਸੀ ਕਿ ਹਰਾ ਤਾਂ ਸਕਦੇ ਸੀ, ਲੇਕਿਨ ਉਹਨਾਂ ਨੂੰ ਜਿੱਤ ਨਹੀਂ ਸਕਦੇ ਸੀਗੇ। ਹੁਣ ਦੇਖੋ ਕੀ ਫ਼ਰਕ ਹੁੰਦਾ, ਇੱਕ ਹੁੰਦਾ ਹੈ ਟੂ ਵਿਨ, ਇੱਕ ਹੁੰਦਾ ਹੈ ਕਿ ਤੁਸੀਂ ਜਿੱਤਦੇ ਹੋ, ਠੀਕ ਹੈ, ਔਰ ਇੱਕ ਕੀ ਹੁੰਦਾ ਤੁਸੀਂ ਟੂ ਡਿਫੀਟ, ਤੁਸੀਂ ਕੀ ਕਰਦੇ ਹੋ, ਸਾਹਮਣੇ ਵਾਲੇ ਨੂੰ ਹਰਾਉਂਦੇ ਹੋ। ਹੁਣ ਦੇਖੋ ਮੁਗਲ ਪਾਵਰ ਜਿਹੜੀ ਸੀ ਉਸਨੂੰ ਹਰਾ ਤਾਂ ਸਕਦੇ ਸੀ ਲੇਕਿਨ ਜਿੱਤ ਨਹੀਂ ਸਕਦੇ ਸੀ, ਮਤਲਬ ਕਿ ਉਹ ਉਹਨਾਂ ਨੂੰ ਡਿਫੀਟ ਕਰ ਸਕਦੇ ਸੀ, ਠੀਕ ਹੈ। ਮੁਗਲਾਂ ਨੂੰ ਉਹ ਹਰਾ ਸਕਦੇ ਸੀ ਕਿ ਮਤਲਬ ਕਿ ਲਾਈਕ ਕੋਈ ਵਾਰ ਹੋਈ, ਮੁਗਲਾਂ ਨੂੰ ਉਹਨਾਂ ਨੇ ਹਰਾਤਾ ਅਤੇ ਹਰਾ ਕੇ ਵਾਪਿਸ ਆ ਗਏ, ਲੇਕਿਨ ਉਹਨਾਂ ਨੂੰ ਜਿੱਤ ਨਹੀਂ ਸਕਦੇ ਸੀ। ਜਿੱਤਣ ਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਓਵਰ ਪਾਵਰ ਕਰ ਲੈਂਦੇ ਹੋ, ਜਦੋਂ ਉਸਦੀ ਸੱਤਾ ਹੀ ਖ਼ਤਮ ਕਰ ਦਿੰਦੇ ਹੋ, ਜਦੋਂ ਉਸਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ ਲੈ ਲੈਂਦੇ ਹੋ, ਠੀਕ ਹੈ। ਕਿਸੇ ਨੇ ਅੱਜ ਤੱਕ ਉਸ ਟਾਈਮ ਤੱਕ ਇਹ ਚੀਜ਼ ਕੀਤੀ ਹੀ ਨਹੀਂ ਸੀ। ਮਰਾਠਾਸ ਜਿਹੜੇ ਸੀ ਉਹ ਵੀ ਈਵਨ ਇਹ ਚੀਜ਼ ਨਹੀਂ ਕਰ ਪਾਏ, ਜਦ ਕਿ ਦੇਖੋ ਤੁਸੀਂ ਉਹਨਾਂ ਨੇ ਕਿੰਨਾ ਜ਼ਿਆਦਾ ਏਰੀਆ ਆਪਣੇ ਅੰਡਰ ਲੈ ਲਿਆ ਸੀ। ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀ ਕਿ ਅਸੀਂ ਆਲ ਇੰਡੀਆ ਲੈਵਲ 'ਤੇ ਕੀ ਕਰੀਏ, ਰੂਲ ਕਰੀਏ, ਇੱਕ ਸਾਡੀ ਸੈਂਟਰਲਾਈਜ਼ਡ ਅਥੋਰਿਟੀ ਹੋਵੇ। ਬਟ ਜਿਹੜਾ ਉਹਨਾਂ ਦੀ ਪੋਲਿਟੀ ਦਾ ਬੇਸ ਸੀਗਾ ਨਾ, ਉਹ ਇਨਸਟੇਬਿਲਿਟੀ ਸੀ। ਲਾਈਕ ਉਹਨਾਂ ਦੀ ਜੋ ਪੋਲਿਟੀ ਨੇਚਰ ਸੀ
ਉਹ ਇਨਸਟੇਬਲ ਸੀਗਾ, ਠੀਕ ਹੈ। ਕਿਵੇਂ, ਲਾਈਕ ਉਹ ਕੀ ਕਰਦੇ ਸੀ, ਦੂਸਰੇ ਕਿਸੇ ਸਟੇਟ ਦੇ ਵਿੱਚ ਜਾਂਦੇ ਸੀ, ਰੋਬਰੀ ਕਰਦੇ ਸੀ, ਔਰ ਉਦੋਂ ਤੱਕ ਕਰਦੇ ਰਹਿੰਦੇ ਸੀ ਜਦੋਂ ਤੱਕ ਉੱਥੇ ਦਾ ਰਾਜਾ ਸਰੈਂਡਰ ਨਾ ਕਰਦੇ ਔਰ ਚੌਥ ਸਰਦੇਸ਼ਮੁਖੀ ਦੇਣ ਲਈ ਮੰਨ ਨਾ ਜਾਵੇ, ਠੀਕ ਹੈ। ਹੁਣ ਜਦੋਂ ਤਾਂ ਰਾਜਾ ਜਿਹੜਾ ਸੀਗਾ ਉਹ ਚੌਥ ਦੇ ਦਿੰਦਾ ਸੀਗਾ ਤਾਂ ਉਹ ਆਪਣੀ ਜਿਹੜੀ ਇਹ ਲੁੱਟ ਪਾਟ ਹੈ ਉਹ ਬੰਦ ਕਰ ਦਿੰਦੇ ਸੀ, ਠੀਕ ਹੈ। ਔਰ ਈਵਨ ਇਹ ਵੀ ਬੋਲ ਦਿੰਦੇ ਸੀਗੇ ਹੁਣ ਤੁਹਾਨੂੰ ਅਸੀਂ ਸਿਕਿਉਰਿਟੀ ਦੇਵਾਂਗੇ, ਸਿਕਿਉਰਿਟੀ ਦੀ ਗਰੰਟੀ ਵਗੈਰਾ ਵੀ ਦੇ ਦਿੰਦੇ ਸੀ। ਲੇਕਿਨ ਮਤਲਬ ਉਹ ਲਾਈਕ ਸਾਹਮਣੇ ਵਾਲੇ ਬੰਦੇ ਨੂੰ ਇੰਨਾ ਮਜਬੂਰ ਕਰ ਦਿੰਦੇ ਸੀ ਟਰੀਟੀ ਕਰਨ 'ਤੇ, ਠੀਕ ਹੈ, ਕਿ ਮਤਲਬ ਉਦੋਂ ਤੱਕ ਉਹ ਹਟਦੇ ਨਹੀਂ ਸੀ, ਕੰਟੀਨਿਊਸਲੀ ਲੁੱਟ ਪਾਟ ਕਰਦੇ ਰਹਿੰਦੇ ਸੀ। ਉਹ ਬਹੁਤ ਐਕਸਪਰਟ ਸੀਗੇ ਲੂਟਿੰਗ ਦੇ ਵਿੱਚ, ਠੀਕ ਹੈ। ਔਰ ਈਵਨ ਉਹਨਾਂ ਨੇ ਆਪਣੇ ਜੋ ਪੂਰੀ ਜੋ ਰੀਜਨ ਸੀ, ਜੋ ਕਿੰਗਡਮ ਸੀ, ਜੋ ਮਰਾਠਾ ਐਮਪਾਇਰ ਸੀ, ਜੋ ਉਸਦਾ ਜੋ ਉਸਨੂੰ ਐਕਸਟੈਂਡ ਕੀਤਾ, ਠੀਕ ਹੈ, ਉਹ ਕਿਸ ਚੀਜ਼ 'ਤੇ ਬੇਸ 'ਤੇ ਕੀਤਾ, ਇੰਸਟੇਬਿਲਿਟੀ ਦੇ ਬੇਸ 'ਤੇ। ਇੰਸਟੇਬਿਲਿਟੀ ਨੂੰ ਹੀ ਇਹਨਾਂ ਨੇ ਆਪਣਾ ਫਾਊਂਡੇਸ਼ਨ ਬਣਾਇਆ, ਠੀਕ ਹੈ। ਤੋ ਜਿਨ੍ਹਾਂ ਨੇ ਆਪਣੇ ਰਾਜੇ ਦਾ ਵਿਸਤਾਰ ਜਿਹੜਾ ਸੀਗਾ ਉਸਦੇ ਵਿੱਚ ਹੀ ਇੰਸਟੇਬਿਲਿਟੀ ਨੂੰ ਇੱਕ ਬੇਸ ਬਣਾਇਆ, ਤਾਂ ਉਹ ਇੱਕ ਸਟੇਬਲ ਪੋਲਿਟੀ ਕਿੱਦਾਂ ਦੇ ਸਕਦੇ ਹੈ ਜੋ ਆਪਣੇ ਰਾਜੇ ਨੂੰ ਐਕਸਟੈਂਡ ਕਰਨ ਲਈ ਇੰਸਟੇਬਿਲਿਟੀ 'ਤੇ ਡਿਪੈਂਡ ਕਰਦੇ ਹੈ। ਸੋ ਉਹ ਸਟੇਬਲ ਪੋਲਿਟੀ ਨਹੀਂ ਦੇ ਸਕਦੇ ਸੀਗੇ, ਠੀਕ ਹੈ। ਸੋ ਉਹਨਾਂ ਨੇ ਕੀ ਕੀਤਾ, ਬਹੁਤ ਸਾਰੇ ਏਰੀਆਜ਼ ਆਪਣੇ ਅੰਡਰ ਲਿੱਤੇ, ਠੀਕ ਹੈ, ਚੌਥ ਵਗੈਰਾ ਲੈਣ ਲਈ। ਬਟ ਉਹ ਏਰੀਆਜ਼ ਉਹਨਾਂ ਨੂੰ ਕਦੇ ਵੀ ਬਿਲੋਂਗ ਨਹੀਂ ਕਰਦੇ ਸੀ। ਹਾਲਾਂਕਿ ਮਰਾਠਾਜ਼ ਉਹ ਏਰੀਆ, ਜਿਸ ਏਰੀਆ ਨੂੰ ਆਪਣੇ ਅੰਡਰ ਲੈ ਲੈਂਦੇ ਸੀ, ਜਿੱਥੇ ਤੋਂ ਚੌਥ ਸਰਦੇਸ਼ਮੁਖੀ ਵਸੂਲ ਕਰਦੇ ਸੀ, ਉਸਨੂੰ ਆਪਣੇ ਮੈਪ ਦੇ ਵਿੱਚ ਵੀ ਸ਼ੋਅ ਕਰਦੇ ਸੀਗੇ, ਠੀਕ ਹੈ। ਬਟ ਐਕਚੁਅਲੀ ਉਹ ਏਰੀਆਜ਼ ਉਹਨਾਂ ਨੂੰ ਕਦੇ ਵੀ ਬਿਲੋਂਗ ਨਹੀਂ ਕੀਤੇ ਐਜ਼ ਅ ਹੋਲ। ਦੇ ਵਰ ਜਸਟ ਐਕਸੈਪਟਿੰਗ ਮਰਾਠਾਜ਼ ਡੋਮੀਨੈਂਸ। ਉਹਨਾਂ ਨੇ ਜਸਟ ਮਰਾਠਾਜ਼ ਦੀ ਡੋਮੀਨੈਂਸ ਨੂੰ ਐਕਸੈਪਟ ਕੀਤਾ ਸੀਗਾ, ਠੀਕ ਹੈ। ਹੋਰ ਵੀ ਬਹੁਤ ਰੀਜ਼ਨ ਸੀਗੇ। ਈਵਨ ਜਦੋਂ ਮਰਾਠਾਜ਼ ਨੂੰ ਚਾਂਸ ਮਿਲਿਆ ਮੁਗਲਾਂ ਨੂੰ ਓਵਰਪਾਵਰ ਕਰਨ ਦਾ, ਤਾਂ ਕਈ ਵਾਰ ਉਹਨਾਂ ਨੂੰ ਇੱਧਰ ਤੋਂ ਅਫਗਾਨ ਆ ਜਾਂਦੇ ਸੀ, ਉਹਨਾਂ ਨੂੰ ਕਨਫਰੰਟ ਕਰਨਾ ਪੈ ਜਾਂਦਾ ਸੀ, ਠੀਕ ਹੈ। ਸੋ ਇਹ ਵੀ ਇੱਕ ਰੀਜ਼ਨ ਸੀਗਾ। ਹਾਂਜੀ, ਅਤੇ ਹੁਣ ਨੈਕਸਟ ਜਿਹੜਾ ਚੀਜ਼ ਹੈ ਉਹ ਹੈ ਜਾਗੀਰਦਾਰੀ ਕ੍ਰਾਈਸਿਸ। The Jagirdari crisis escalate as income from agriculture lessen and the number of competitor for a share of the surplus become more numerous। ਹੁਣ ਕੀ ਹੋਇਆ ਸੀ ਕਿ ਉਸ ਟਾਈਮ ਨਾ ਇੱਕ ਜਾਗੀਰਦਾਰੀ ਸਿਸਟਮ ਚੱਲਦਾ ਸੀਗਾ ਅਤੇ ਇਸ ਦੇ ਵਿੱਚ ਇੱਕ ਪ੍ਰੋਬਲਮ ਆਉਣ ਲੱਗ ਪਈ, ਜਿਸ ਕਰਕੇ ਜਾਗੀਰਦਾਰੀ ਕ੍ਰਾਈਸਿਸ ਜਿਹੜਾ ਸੀਗਾ ਉਹ ਵੱਧ ਗਿਆ। ਦੇਖੋ, ਜਾਗੀਰਦਾਰ ਜਿਹੜੇ ਹੁੰਦੇ ਸੀ ਨਾ, ਉਹ ਆਪਣੇ ਕੋਲ ਇੱਕ ਜ਼ਮੀਨ ਦਾ ਬਹੁਤ ਵੱਡਾ ਟੁਕੜਾ ਰੱਖਦੇ ਸੀਗੇ, ਠੀਕ ਹੈ, ਔਰ ਉਸ ਜਗ੍ਹਾ ਤੋਂ ਹੀ ਉਹ ਰੈਵਨਿਊ ਵਗੈਰਾ ਕਲੈਕਟ ਕਰਦੇ ਸੀਗੇ। ਲਾਈਕ ਸੈਂਟਰਲ ਅਥੋਰਿਟੀ ਉਹਨਾਂ ਨੂੰ ਕੋਈ ਆਪਣੇ ਕਿੰਗਡਮ 'ਚ ਪਾਰਟ ਵਗੈਰਾ ਦੇ ਦਿੰਦੀ ਸੀ, ਕੋਈ ਲੈਂਡ ਵਗੈਰਾ ਦੇ ਦਿੰਦੀ ਸੀ, ਉੱਥੇ ਤੋਂ ਉਹਨਾਂ ਨੂੰ ਰੈਵਨਿਊ ਵਗੈਰਾ ਕਲੈਕਟ ਕਰਨਾ ਪੈਂਦਾ ਸੀ, ਠੀਕ ਹੈ। ਹੁਣ ਉਸ ਟਾਈਮ 'ਤੇ ਕੀ ਹੋਇਆ, ਐਗਰੀਕਲਚਰ ਦੇ ਵਿੱਚ ਡਿਕਲਾਈਨ ਵੇਖਿਆ ਗਿਆ ਬਿਕੋਜ਼ ਆਫ ਮੈਨੀ ਰੀਜ਼ਨਸ, ਜਿਵੇਂ ਕਿ ਵੌਰ ਵਗੈਰਾ ਜਾਂ ਮੌਨਸੂਨ ਕਰਕੇ, ਠੀਕ ਹੈ। ਹੁਣ ਕੀ ਸੀ ਕਿ ਜਿਹੜਾ ਸੈਂਟਰਲ ਥਰੋਨ ਸੀਗਾ, ਜਦੋਂ ਤੱਕ ਤਾਂ ਦੇਖੋ ਸੈਂਟਰਲ ਥਰੋਨ ਪਾਵਰਫੁਲ ਹੋਊਗਾ ਤਾਂ ਬੜੇ ਬੜੇ ਜਿਹੜੇ ਇਲਾਕੇ ਹੋਣਗੇ ਉਹ ਇੱਕ ਹੀ ਜਾਗੀਰਦਾਰ ਦੇ ਪਾਸ ਹੋਣਗੇ। ਜਿਵੇਂ ਮੈਂ ਤੁਹਾਨੂੰ ਪਿਕਚਰ ਦੀ ਫੋਰਮ 'ਚ ਦੱਸਦੀ ਹਾਂ, ਜਸਟ ਅ ਮੂਮੈਂਟ, ਇੱਥੇ ਦੱਸ ਦਿੰਦੀ ਹਾਂ। ਹੁਣ ਮੰਨ ਲਓ ਕਿ ਇਹ ਇੱਕ ਜਗ੍ਹਾ ਹੈ, ਠੀਕ ਹੈ। ਹੁਣ ਇੱਕ ਕਿੰਗ ਹੈ, ਠੀਕ ਹੈ, ਸੈਂਟਰ ਦੇ ਵਿੱਚ, ਅਤੇ ਉਹ ਕੀ ਹੈ, ਪਾਵਰਫੁਲ ਹੈ। ਹੁਣ ਉਹ ਕੀ ਕਰੂਗਾ, ਆਪਣੇ ਇਲਾਕੇ ਜਿਹੜੇ ਹੈਗੇ, ਆਪਣਾ ਜਿਹੜਾ ਪੂਰਾ ਐਮਪਾਇਰ ਹੈ ਉਸਨੂੰ ਮੰਨ ਲਓ 4 ਪਾਰਟਸ ਦੇ ਵਿੱਚ ਉਹਨੇ ਕੀ ਕਰਤਾ, ਡਿਵਾਈਡ ਕਰਤਾ। ਇੱਥੇ ਦਾ ਇੱਕ ਜਾਗੀਰਦਾਰ ਹੈ, ਇੱਥੇ ਦਾ ਇੱਕ ਜਾਗੀਰਦਾਰ ਹੈ, ਇੱਥੇ ਦਾ ਇੱਕ ਹੈ, ਇੱਥੇ ਦਾ ਇੱਕ ਹੈ, ਟੋਟਲ 4 ਨੇ, ਠੀਕ ਹੈ। ਹੁਣ ਕੀ ਹੋਊਗਾ ਕਿ ਜਾਗੀਰਦਾਰ ਘੱਟ ਹੈ, ਉਹਨਾਂ ਕੋਲ ਏਰੀਆਸ ਕਿਆ ਹੈ, ਜ਼ਿਆਦਾ ਹੈ, ਤਾਂ ਓਬਵੀਅਸ ਹੈ ਉੱਥੇ ਤੋਂ ਜੋ ਰੈਵਨਿਊ ਵਗੈਰਾ ਹੋਊਗਾ, ਠੀਕ ਹੈ, ਉਹ ਕੀ ਹੋਊਗਾ, ਵਧੀਆ ਕਲੈਕਟ ਹੋਊਗਾ। ਬਟ ਹੁਣ ਕੀ ਹੈ, ਹੁਣ ਸੈਂਟਰਲ ਦੇ ਵਿੱਚ ਕੋਈ ਇੱਕ ਪਾਵਰ ਤਾਂ ਹੈ ਨਹੀਂ, ਕਿੰਗ ਤਾਂ ਹੈ ਨਹੀਂ। ਹੁਣ ਕੀ ਸਿਚੁਏਸ਼ਨ ਹੈ, ਹੁਣ ਮੰਨ ਲਓ ਕਿ ਇਹ ਇੱਕ ਪ੍ਰੋਪਰ ਬਹੁਤ ਵੱਡੀ ਜਗ੍ਹਾ ਹੈ, ਠੀਕ ਹੈ, ਅਤੇ ਹੁਣ ਮੰਨ ਲਓ ਇੱਥੇ ਕੋਈ ਅਲੱਗ ਰੀਜਨਲ ਸਟੇਟ ਹੈ, ਉਰੇ ਅਲੱਗ ਰੀਜਨਲ ਸਟੇਟ ਹੈ, ਇੱਥੇ ਅਲੱਗ ਹੈ, ਇੱਥੇ ਅਲੱਗ ਹੈ, ਇੱਥੇ ਅਲੱਗ ਹੈ, ਇੱਥੇ ਵੀ ਅਲੱਗ ਹੈ, ਇੱਥੇ ਵੀ ਅਲੱਗ ਹੈ, ਬਹੁਤ ਸਾਰੀ ਰੀਜਨਲ ਸਟੇਟਸ ਬਣ ਗਈਆਂ, ਠੀਕ ਹੈ। ਹੁਣ ਕੀ ਹੈ, ਇਸ ਰੀਜਨਲ ਸਟੇਟ ਨੂੰ ਬਣਾਉਣ ਦੇ ਲਈ ਇੱਥੇ ਦਾ ਜੋ ਕਿੰਗ ਹੋਊਗਾ ਉਸਨੇ ਬਹੁਤ ਸਾਰੇ ਲੋਕਾਂ ਦੀ ਕੀ ਲਈ ਹੋਊਗੀ, ਹੈਲਪ ਲਈ ਹੋਊਗੀ, ਠੀਕ ਹੈ। ਕਿਉਂਕਿ ਓਬਵੀਅਸ ਹੈ ਨਾ,
ਏਰੀਆ ਦੇ ਉੱਪਰ ਕਬਜ਼ਾ ਕਰਨਾ, ਉਹਨੂੰ ਆਪਣੇ ਅੰਡਰ ਕਰਨਾ, ਉਹਦੇ ਲਈ ਵੌਰ ਵਗੈਰਾ ਤਾਂ ਹੋਈ ਹੋਊਗੀ ਨਾ, ਤਾਂ ਉਹਦੇ ਵਿੱਚ ਕਿਸੇ ਨਾ ਕਿਸੇ ਨੇ ਤਾਂ ਇਹਦਾ ਸਾਥ ਦਿਆ ਹੋਊਗਾ। ਇੱਦਾਂ ਹੀ ਜਿਹੜੇ ਰੀਜਨਲ ਸਟੇਟਸ ਦੇ ਕਿੰਗ ਹੁੰਦੇ ਸੀ, ਠੀਕ ਹੈ, ਜੋ ਰੂਲ ਕਰਦੇ ਸੀ, ਇਹਨਾਂ ਨੂੰ ਬਹੁਤ ਸਾਰੇ ਲੋਕਾਂ ਦਾ ਕੀ ਹੁੰਦਾ ਸੀ, ਸਪੋਰਟ ਹੁੰਦਾ ਸੀ। ਹੁਣ ਕੀ ਹੁੰਦਾ ਸੀ, ਉਹਦੇ ਬਦਲੇ 'ਚ ਇਹ ਜਿਹੜਾ ਕਿੰਗ ਹੋਊਗਾ ਉਹਨੂੰ ਕੀ ਹੈ, ਉਹ ਜਿਹੜੇ ਬੰਦਿਆਂ ਨੇ ਇਹਦੀ ਸਪੋਰਟ ਕੀਤੀ ਉਹਨੂੰ ਕੀ ਦੇਣਾ ਪਊਗਾ, ਜਾਗੀਰ ਦੇਣੀ ਪਊਗੀ। ਹੁਣ ਪਹਿਲਾਂ ਹੀ ਦੇਖੋ ਇਲਾਕਾ ਘਟ ਗਿਆ, ਹੁਣ ਇਸ ਇਲਾਕੇ ਦੇ ਵੀ ਬਹੁਤ ਸਾਰੀ ਇਹਦੇ ਜਗੀਰਾਂ 'ਚ ਵੰਡ ਦਿੱਤਾ ਗਿਆ, ਠੀਕ ਹੈ, ਬਹੁਤ ਸਾਰੇ ਪਾਰਟ ਕਰ ਦਿੱਤੇ ਗਏ ਔਰ ਉੱਥੇ ਬਹੁਤ ਸਾਰੇ ਕੀ ਕਰਤੇ ਗਏ, ਜਾਗੀਰਦਾਰ ਰੱਖ ਦਿੱਤੇ ਗਏ। ਤਾਂ ਕਿੰਨੀ ਪ੍ਰੋਬਲਮ ਆਊਗੀ। ਹੁਣ ਕੀ ਸੀ ਕਿ ਜਾਗੀਰਦਾਰ ਜਿਹੜੇ ਸੀਗੇ, ਹੁਣ ਜਦੋਂ ਤੱਕ ਤਾਂ ਜਾਗੀਰਦਾਰ ਦੀ ਸੰਖਿਆ ਘੱਟ ਹੈ ਉਦੋਂ ਤੱਕ ਜਾਗੀਰ ਕੀ ਆ, ਬੜੀ ਹੋਊਗੀ। ਮੈਂ ਦੱਸਿਆ ਨਾ ਕਿ ਅਗਰ ਵਿੱਚ 'ਚ ਸੈਂਟਰ 'ਚ ਕਿੰਗ ਹੈ, ਉਹਨੇ 4 ਪਾਰਟ ਕਰਤੇ, ਇੱਥੇ ਵੀ ਇੱਕ ਜਾਗੀਰਦਾਰ ਹੈ, ਇੱਥੇ ਵੀ ਜਾਗੀਰਦਾਰ ਹੈ, ਇੱਥੇ ਵੀ ਜਾਗੀਰਦਾਰ ਹੈ, ਇੱਥੇ ਵੀ। ਹੁਣ 4 ਹੈ, ਜਾਗੀਰਦਾਰ ਘੱਟ ਹੈ, ਠੀਕ ਹੈ, ਔਰ ਲੈਂਡ ਵੀ ਜਿਹੜੀ ਹੈਗੀ ਆ ਉਹਦੇ ਵੀ ਸਿਰਫ 4 ਹੀ ਪਾਰਟਸ ਨੇ, ਮਤਲਬ ਠੀਕ ਹੈ, ਉਰੇ ਸਿਸਟਮ ਜਿਹੜਾ ਬਿਲਕੁਲ ਓਕੇ ਹੈ, ਠੀਕ ਹੈ। ਜਾਗੀਰਦਾਰ ਦੀ ਅਗਰ ਸੰਖਿਆ ਘੱਟ ਰਹੂਗੀ ਤਾਂ ਜਾਗੀਰ ਵੀ ਉਹਨਾਂ ਕੋਲ ਓਡੀ ਹੀ ਵੱਡੀ ਹੋਊਗੀ। ਬਟ ਜਿੱਦਾਂ ਜਿੱਦਾਂ ਜਾਗੀਰਦਾਰ ਦੀ ਸੰਖਿਆ ਵਧੂਗੀ, ਜਿਵੇਂ ਜਿਵੇਂ ਇਹਨਾਂ ਦੀ ਲਾਈਕ ਗਿਣਤੀ ਜਿਹੜੀ ਹੈਗੀ ਆ ਉਹ ਵਧੂਗੀ, ਤਾਂ ਉੱਦਾਂ ਹੀ ਕੀ ਹੋਊਗਾ, ਜੋ ਏਰੀਆ ਉਹਨਾਂ ਦੇ ਕੋਲ ਆ ਰਿਹਾ ਉਹ ਕੀ ਹੁੰਦਾ ਜਾਊਗਾ, ਘਟਦਾ ਜਾਊਗਾ। ਹੁਣ ਬਹੁਤ ਸਾਰੀ ਰੀਜਨਲ ਸਟੇਟਸ ਇਵੋਲਵ ਹੋਈਆਂ ਤਾਂ ਜਾਗੀਰ ਤਾਂ ਉਹ ਤਾਂ ਘੱਟ ਹੋ ਗਈ, ਠੀਕ ਹੈ, ਕਿਉਂਕਿ ਹੁਣ ਲੈਂਡ ਤਾਂ ਉਹੀ ਹੈ ਨਾ, ਲੈਂਡ ਤਾਂ ਖਿੱਚ ਕੇ ਤੁਸੀਂ ਵਧਾ ਨਹੀਂ ਸਕਦੇ। ਹੁਣ ਉਹੀ ਜਿਹੜੀ ਲੈਂਡ ਹੈ ਉਹ ਬਹੁਤ ਸਾਰੇ ਜਾਗੀਰਦਾਰਾਂ ਦੇ ਵਿੱਚ ਕੀ ਹੋ ਗਈ, ਡਿਵਾਈਡ ਹੋ ਗਈ। ਔਰ ਸੇਮ ਟਾਈਮ 'ਤੇ ਕੀ ਹੋ ਗਿਆ, ਐਗਰੀਕਲਚਰ 'ਚ ਵੀ ਡਿਕਲਾਈਨ ਵੇਖਿਆ ਗਿਆ। ਸੋ ਜਾਗੀਰਦਾਰ ਜਿਹੜੇ ਸੀਗੇ ਉਹ ਆਪਸ ਦੇ ਵਿੱਚ ਬਹੁਤ ਜ਼ਿਆਦਾ ਕਨਫਰੰਟ ਕਰਨ ਲੱਗ ਪਏ, ਜਿਸ ਕਰਕੇ ਜਿਹੜਾ ਰੂਲਰ ਕਿੰਗ ਸੀਗਾ, ਹੁਣ ਜਾਗੀਰਦਾਰ ਆਪਸ ਦੇ ਵਿੱਚ ਹੀ ਲੜਨਗੇ ਤਾਂ ਕਿੰਗ ਨੂੰ ਤਾਂ ਸਪੋਰਟ ਕਿਹਨਾਂ ਦਾ ਹੈ, ਇਹਨਾਂ ਦਾ ਹੀ ਹੈ ਨਾ। ਅਗਰ ਇਹੀ ਆਪਸ 'ਚ ਲੜਨ ਲੱਗ ਗਏ, ਕਿੰਗ ਤਾਂ ਕੀ ਪੈ ਜਾਊਗਾ, ਵੀਕ ਪੈ ਜਾਊਗਾ, ਠੀਕ ਹੈ। ਬਿਕੋਜ਼ ਜਿਹੜੇ ਜਾਗੀਰਦਾਰ ਹੀ ਸੀ ਉਹ ਕੀ ਸੀਗੇ, ਬੈਕਬੋਨ ਹੁੰਦੇ ਸੀ ਕਿਸ ਦੀ, ਰੂਲਰ ਦੀ, ਠੀਕ ਹੈ। ਜਦੋਂ ਤੱਕ ਇਹਨਾਂ ਦਾ ਸਪੋਰਟ ਹੈ, ਇਹ ਠੀਕ ਚੱਲ ਰਹੇ ਨੇ, ਕਿੰਗ ਦਾ ਵੀ ਰੂਲ ਕੀ ਹੈ, ਠੀਕ ਚੱਲੂਗਾ। ਸੋ ਇਹ ਜਿਹੜੀ ਪ੍ਰੋਬਲਮ ਸੀਗੀ ਉਸ ਟਾਈਮ ਦੇਖੀ ਗਈ ਕਿ ਜਾਗੀਰਦਾਰ ਵਗੈਰਾ ਜਿਹੜੇ ਸੀ ਉਹ ਕ੍ਰਾਈਸਿਸ ਆ ਗਿਆ, ਠੀਕ ਹੈ, ਜਿਸ ਕਰਕੇ ਅੱਗੇ ਜਾ ਕੇ ਬਹੁਤ ਜ਼ਿਆਦਾ ਕੀ ਹੋਈ, ਪ੍ਰੋਬਲਮ ਹੋਈ। ਦੈਨ ਲਾਸਟ ਲਾਈਨ ਹੈ ਕਿ ਜੋ ਇੰਟਰਨਲ ਫੋਰਨ ਟ੍ਰੇਡ ਹੈ, ਇੰਟਰਨਲ ਮਤਲਬ ਆਪਸ 'ਚ ਜੋ ਕੰਟਰੀ ਦੇ ਵਿਦਿਨ ਜੋ ਵਪਾਰ ਹੁੰਦਾ ਸੀ, ਠੀਕ ਹੈ, ਕਿੰਗਡਮ ਦੇ ਐਮਪਾਇਰ ਦੇ ਵਿਦਿਨ ਜੋ ਟ੍ਰੇਡ ਹੁੰਦਾ ਸੀ ਉਹ ਵੀ ਇੱਦਾਂ ਹੀ ਚੱਲ ਰਿਹਾ ਸੀ। ਫੋਰਨ ਟ੍ਰੇਡ ਵੀ ਜਿਹੜਾ ਸੀਗਾ ਕੰਟੀਨਿਊ ਸੀਗਾ, ਕੋਈ ਖਾਸ ਡਿਸਟਰਬੈਂਸ ਨਹੀਂ ਸੀਗੀ, ਮਤਲਬ ਕਿ ਉੱਥੇ ਤਾਂ ਪ੍ਰੋਪਰ ਪ੍ਰੋਸਪੈਰਿਟੀ ਸੀਗੀ, ਲੇਕਿਨ ਬਾਕੀ ਜੋ ਇਕੋਨਮੀ ਦੇਖੋਗੇ ਉਹ ਫਾਊਲ ਸੀਗੀ, ਸਟੈਗਨੈਂਟ ਸੀਗੀ। ਲਾਈਕ ਟ੍ਰੇਡ ਐਂਡ ਅਦਰ ਥਿੰਗਸ ਉਹ ਤਾਂ ਬਹੁਤ ਚੰਗੀਆਂ ਚੱਲ ਰਹੀਆਂ ਸੀਗੀਆਂ ਐਕਸੈਪਟ ਐਗਰੀਕਲਚਰ, ਬਿਕੋਜ਼ ਉਸ ਟਾਈਮ ਨਾ ਐਗਰੀਕਲਚਰ ਜਿਹੜਾ ਸੀ ਉਹ ਮੇਜਰ ਪੋਰਸ਼ਨ ਸੀਗਾ, ਠੀਕ ਹੈ, ਮੇਜਰ ਪਾਰਟ ਸੀਗਾ ਇਕੋਨਮੀ ਦਾ। ਅਗਰ ਐਗਰੀਕਲਚਰ ਗੁੱਡ ਨਹੀਂ ਹੋਊਗਾ ਤਾਂ ਇਕੋਨਮੀ ਵੀ ਅੱਛੀ ਨਹੀਂ ਹੋਊਗੀ। ਇਕੋਨਮੀ ਅਗਰ ਨੀਚੇ ਚਲੀ ਗਈ ਦੈਨ ਪੋਲਿਟੀ ਫਿਰ ਕਿੱਥੇ ਠੀਕ ਰਹਿਣੀ ਆ, ਉਹ ਵੀ ਜਿਹੜੀ ਸੀਗੀ ਡਿਕਲਾਈਨ ਕਰੂਗੀ, ਠੀਕ ਹੈ। ਸੋ ਇਹ ਪ੍ਰੋਬਲਮ ਵੀ ਜਿਹੜੀ ਸੀਗੀ ਉਹ ਵੇਖੀ ਗਈ ਸੀ। ਲੈਟਸ ਮੂਵ ਟੂ ਅਨਦਰ ਸਲਾਈਡ। ਹਾਂ, ਦੈਨ ਅਸੀਂ ਗੱਲ ਕਰਦੇ ਹਾਂ ਸੋਸ਼ੋ ਇਕਨੋਮਿਕ ਕੰਡੀਸ਼ਨਸ ਦੀ। ਉਸ ਟਾਈਮ ਕੀ ਸੀਗੀ ਸੋਸ਼ਲ ਜਾਂ ਇਕੋਨੋਮਿਕ ਕੰਡੀਸ਼ਨਸ। ਦੇਖੋ 18th ਸੈਂਚੁਰੀ ਦੇ ਵਿੱਚ ਨਾ ਇੰਡੀਆ ਜਿਹੜਾ ਸੀਗਾ ਉਹ ਪ੍ਰੋਗਰੈਸ ਨਹੀਂ ਕਰ ਪਾਇਆ ਇਕੋਨੋਮਿਕਲੀ। ਉਹ ਤਾਂ ਅਸੀਂ ਵੇਖ ਲਿਆ ਕਿ ਜਾਗੀਰਦਾਰ ਕ੍ਰਾਈਸਿਸ ਵਗੈਰਾ ਸੀ। ਸੋਸ਼ਲੀ ਔਰ ਕਲਚਰਲੀ ਵੀ ਤੁਸੀਂ ਵੇਖੋਗੇ ਕਿ ਉਹ ਜਸਟ ਅ ਮੋਮੈਂਟ, ਹਾਂਜੀ ਸੌਰੀ ਉਹ ਸਲਾਈਡ ਚਲੀ ਗਈ ਸੀਗੀ, ਇੱਕਦਮ ਡਿਸਰਪਟ ਹੋ ਗਿਆ ਸੀ। ਅਤੇ 18th ਸੈਂਚੁਰੀ ਦੇ ਵਿੱਚ ਇੰਡੀਆ ਜਿਹੜਾ ਸੀਗਾ ਉਹ ਪ੍ਰੋਗਰੈਸ ਨਹੀਂ ਕਰ ਪਾਇਆ ਇਕੋਨੋਮਿਕਲੀ, ਸੋਸ਼ਲੀ ਔਰ ਕਲਚਰਲੀ, ਠੀਕ ਹੈ। ਇਕੋਨੋਮਿਕਲੀ ਕਿੱਦਾਂ ਤੁਸੀਂ ਦੇਖਿਆ, ਜਾਗੀਰਦਾਰ ਕ੍ਰਾਈਸਿਸ ਵਗੈਰਾ ਆਇਆ। ਸੋਸ਼ਲੀ ਔਰ ਕਲਚਰਲੀ ਕਿਉਂ ਨਹੀਂ ਕਰ ਪਾਇਆ? ਦੇਖੋ ਸੋਸ਼ਲ ਔਰ ਕਲਚਰਲ ਦੀ ਡਿਵੈਲਪਮੈਂਟ ਹੋਣ ਲਈ ਇੱਕ ਪ੍ਰੀ ਰਿਕੁਇਜ਼ਾਈਟ ਹੁੰਦੀ ਹੈ, ਇੱਕ ਪ੍ਰੀ ਕੰਡੀਸ਼ਨ ਹੁੰਦੀ ਹੈ। ਉਹ ਪ੍ਰੀ ਕੰਡੀਸ਼ਨ ਕੀ ਹੁੰਦੀ ਹੈ? ਉਹ ਪ੍ਰੀ ਕੰਡੀਸ਼ਨ ਕੀ ਹੁੰਦੀ ਹੈ? ਉਹ ਹੁੰਦੀ ਹੈ ਪੀਸ, ਠੀਕ ਹੈ। ਤੁਸੀਂ ਵੇਖਿਆ ਕਿ ਅਗਰ ਰੂਲਰਸ ਜਿਹੜੇ ਹੈਗੇ ਆ ਉਹ ਆਪਸ ਦੇ ਵਿੱਚ ਵੌਰ ਕਰਨ 'ਚ ਹੀ ਲੜਨ ਦੇ ਵਿੱਚ ਹੀ ਲੱਗੇ ਰਹਿਣਗੇ, ਵੌਰ ਕਰਨ ਦੇ ਵਿੱਚ ਹੀ ਲੱਗੇ ਰਹਿਣਗੇ, ਪੀਸ ਹੀ ਨਹੀਂ ਹੋਊਗਾ ਤਾਂ ਸਮਾਜ ਦੀ ਤਰੱਕੀ ਕਿਵੇਂ ਹੋਊਗੀ, ਕਲਚਰ ਕਿਵੇਂ ਤਰੱਕੀ ਕਰੂਗਾ, ਠੀਕ ਹੈ। ਉਹਦੀ ਜੋ ਪ੍ਰੀ ਕੰਡੀਸ਼ਨ ਹੈ ਉਹ ਪੀਸ ਹੈ, ਔਰ ਅਗਰ ਪੀਸ ਨਹੀਂ ਮੇਨਟੇਨ ਰੱਖਿਆ ਸੋ ਇਕੋਨਮੀ, ਸੋਸਾਇਟੀ ਹੈ, ਕਲਚਰ ਉਹ ਇੱਕ ਐਡੀਕੁਏਟ ਪੇਸ ਦੇ ਵਿੱਚ ਜੋ ਹੈ ਉਹ ਡਿਵੈਲਪ ਨਹੀਂ ਕਰਨਗੇ, ਠੀਕ ਹੈ।
ਉਸ ਤੋਂ ਬਾਅਦ ਇੰਡੀਆ ਤੁਸੀਂ ਦੇਖੋਗੇ ਕਿ ਉਸ ਟਾਈਮ ਲੈਂਡ ਆਫ ਡਿਸਪੈਰਿਟੀ ਸੀ, ਮਤਲਬ ਕਿ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਕਿ ਇੱਕ ਜਗ੍ਹਾ ਤਾਂ ਬਹੁਤ ਜ਼ਿਆਦਾ ਐਕਸਟ੍ਰੀਮ ਪੋਵਰਟੀ ਸੀ, ਗਰੀਬੀ ਸੀ, ਦੂਸਰੀ ਜਗ੍ਹਾ ਤੁਸੀਂ ਲਗਜ਼ਰੀ ਵੀ ਦੇਖੋਗੇ। ਮਤਲਬ ਇਹ ਸਾਰੀਆਂ ਚੀਜ਼ਾਂ ਸਾਈਮਲਟੇਨੀਅਸਲੀ ਨਾਲ ਨਾਲ ਚੱਲ ਰਹੀਆਂ ਸੀਗੀਆਂ। ਅੱਜ ਵੀ ਤੁਸੀਂ ਇਵਨ ਦੇਖਦੇ ਹੀ ਹੋ, ਕੁਛ ਲੋਕ ਬਹੁਤ ਹੀ ਜ਼ਿਆਦਾ ਬੇਮਤਲਬ ਦੇ ਰਿਚ ਹੁੰਦੇ ਹੈ ਔਰ ਕੁਛ ਲੋਕਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਨਹੀਂ ਜੁੜਦੀ, ਠੀਕ ਹੈ। ਸੋ ਕਾਮਨ ਪੀਪਲ ਜਿਹੜੇ ਸੀਗੇ ਉਹ ਇੰਪੋਵਰਿਸ਼ਡ, ਓਪਰੈਸਡ, ਬੈਕਵਰਡ ਐਂਡ ਲਿਵਿੰਗ ਅ ਲਾਈਫ ਆਫ ਹੈਂਡ ਟੂ ਮਾਊਥ ਐਗਜ਼ਿਸਟੈਂਟ। ਮਤਲਬ ਕਿ ਲਾਈਕ ਮਾਲ ਨਰਿਸ਼ਡ ਸੀਗੇ, ਲੋਕਾਂ ਨੂੰ ਖਾਣ ਲਈ ਨਹੀਂ ਸੀਗਾ ਕੁਛ, ਅਤੇ ਓਪਰੈਸ਼ਨ ਵਗੈਰਾ ਉਹਨਾਂ ਦਾ ਬਹੁਤ ਹੁੰਦਾ ਸੀ, ਅੱਤਿਆਚਾਰ ਹੁੰਦਾ ਸੀ, ਲੋਕ ਬੈਕਵਰਡ ਸੀਗੇ, ਠੀਕ ਹੈ। ਔਰ ਜੋ ਖਾਣਾ ਵੀ ਸੀ ਇੱਕ ਟਾਈਮ ਦਾ ਹੀ ਬੜੀ ਮੁਸ਼ਕਿਲ ਨਾਲ ਉਹਨਾਂ ਕੋਲ ਜੁੜ ਪਾਉਂਦਾ ਸੀ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਲਾਈਫ ਸੀਗੀ ਇੰਡੀਅਨਸ ਦੀ, ਅਗਰ ਉਹ ਵੇਖਿਆ ਜਾਵੇ ਓਵਰਆਲ, ਠੀਕ ਹੈ, ਉਹ ਵੈਸੇ ਤਾਂ ਇਤਨੀ ਅੱਛੀ ਨਹੀਂ ਸੀ, ਬਟ ਅਗਰ ਅਸੀਂ ਉਸਨੂੰ ਕੰਪੇਅਰ ਕਰੀਏ 18th ਸੈਂਚੁਰੀ ਅਤੇ 18th ਸੈਂਚੁਰੀ ਤੋਂ 100 ਈਅਰਸ ਬਾਅਦ, ਠੀਕ ਹੈ, ਉਸ ਤੋਂ ਤਾਂ ਬਹੁਤ ਬੈਟਰ ਹੀ ਸੀ। ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਬ੍ਰਿਟਿਸ਼ਰਸ ਆਏ ਉਹਨਾਂ ਨੇ ਕੀ ਕੀ ਕੀਤਾ, ਠੀਕ ਹੈ। ਆਈ ਡੋਂਟ ਹੈਵ ਟੂ ਟੈਲ ਯੂ, ਤੁਹਾਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਸੁਣਿਆ ਹੈ ਕਿ ਕਿੱਦਾਂ ਉਹਨਾਂ ਨੇ ਇੰਡੀਆ ਜੋ ਇੱਕ ਟਾਈਮ 'ਚ ਸੋਨੇ ਦੀ ਚਿੜੀਆ ਹੁੰਦਾ ਹੀ ਸੀ, ਕਿਵੇਂ ਇੱਥੇ ਤੋਂ ਸਮਾਨ ਲੁੱਟ ਕੇ ਉਹ ਆਪਣੇ ਦੇਸ਼ ਦੇ ਵਿੱਚ ਲੈ ਕੇ ਚਲੇ ਗਏ ਸੀ, ਠੀਕ ਹੈ। ਸੋ ਉਸ ਨਾਲੋਂ ਤਾਂ ਉਸ ਟਾਈਮ ਦੇ 100 ਸਾਲ ਬਾਅਦ ਨਾਲੋਂ ਤਾਂ ਕੰਡੀਸ਼ਨ ਫਿਰ ਵੀ ਬੈਟਰ ਹੀ ਸੀਗੀ, ਠੀਕ ਹੈ। ਇੱਕ ਸੈਕਿੰਡ, ਇਹ ਬਾਰ ਸਲਾਈਡ ਜਿਹੜੀ ਹੈਗੀ ਹੈ ਨਾ, ਹਾਂਜੀ। ਅਤੇ ਹੁਣ ਅਸੀਂ ਚੱਲਦੇ ਹਾਂ ਨੈਕਸਟ ਸਲਾਈਡ 'ਤੇ। ਨੈਕਸਟ ਸਲਾਈਡ ਦੇ ਵਿੱਚ ਅਸੀਂ ਵੇਖਾਂਗੇ ਕਿ ਐਗਰੀਕਲਚਰ ਦੀ ਕੀ ਪੋਜੀਸ਼ਨ ਸੀਗੀ। ਐਗਰੀਕਲਚਰ ਦੇਖੋ ਕਾਫੀ ਜ਼ਿਆਦਾ ਡਿਫੀਕਲਟ ਸੀ, ਬਿਕੋਜ਼ ਇਸ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ, ਔਰ ਜੋ ਲੋਕ ਇਸ ਦੇ ਵਿੱਚ ਲੇਬਰ ਵਗੈਰਾ ਕਰਦੇ ਸੀ, ਹਾਰਡ ਵਰਕ ਕਰਦੇ ਸੀ, ਉਹਨਾਂ ਨੂੰ ਇੰਨਾ ਜ਼ਿਆਦਾ ਮਤਲਬ ਲਾਈਕ ਫਾਇਦਾ ਨਹੀਂ ਹੁੰਦਾ ਸੀਗਾ। ਐਗਰੀਕਲਚਰ ਜਿਹੜਾ ਸੀਗਾ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਐਗਰੀਕਲਚਰ 'ਚ ਜੋ ਵੀ ਪ੍ਰੋਡਿਊਸ ਕੀਤਾ ਜਾਂਦਾ ਸੀ ਉਹ ਪੂਰੀ ਸੁਸਾਇਟੀ ਲਈ ਨੂੰ ਤਾਂ ਪੂਰਾ ਸਪੋਰਟ ਕਰਦਾ ਸੀ, ਮਿਲ ਜਾਂਦਾ ਸੀ, ਲੇਕਿਨ ਜੋ ਉਗਾ ਰਿਹਾ ਉਸ ਨੂੰ ਖੁਦ ਨੂੰ ਹੀ ਖਾਣ ਨੂੰ ਨਹੀਂ ਮਿਲਦਾ ਸੀ। ਲਾਈਕ ਤੁਸੀਂ ਦੇਖਦੇ ਹੋ ਕਿ ਅੱਜ ਜੋ ਐਗਰੀਕਲਚਰ ਹੈ ਉਸਦੇ ਉੱਪਰ ਟੈਕਸ ਜਿਹੜਾ ਨਹੀਂ ਲਾਇਆ ਜਾਂਦਾ, ਬਟ ਉਸ ਟਾਈਮ ਜੋ ਬਿਗੈਸਟ ਸੋਰਸ ਸੀਗੀ ਟੈਕਸ ਦੀ, ਦੈਟ ਵਾਜ਼ ਐਗਰੀਕਲਚਰ। ਐਗਰੀਕਲਚਰ ਤੋਂ ਹੀ ਆਉਂਦਾ ਸੀਗਾ। ਵੀ ਉਸ ਤੋਂ ਬਾਵਜੂਦ ਵੀ ਜੋ ਫਾਰਮਰਸ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕੀਤਾ ਜਾਂਦਾ ਸੀਗਾ, ਬਿਕੋਜ਼ ਓਬਵੀਅਸ ਹੈ ਕਿ ਉਸ ਟਾਈਮ ਇੰਡਸਟਰੀਲਾਈਜੇਸ਼ਨ ਤਾਂ ਇੰਨੀ ਸੀਗੀ ਨਹੀਂ, ਅਤੇ ਪੂਰੀ ਇਕੋਨਮੀ ਕਿਸ 'ਤੇ ਡਿਪੈਂਡ ਕਰਦੀ ਸੀ, ਐਗਰੀਕਲਚਰ 'ਤੇ, ਠੀਕ ਹੈ। ਤਾਂ ਐਗਰੀਕਲਚਰ ਤੋਂ ਹੀ ਟੈਕਸ ਵਗੈਰਾ ਲਿੱਤਾ ਜਾਂਦਾ ਸੀ, ਅਤੇ ਉਹਨਾਂ ਨੂੰ ਕਈ ਵਾਰ ਬਹੁਤ ਜ਼ਿਆਦਾ ਫੋਰਸ ਕੀਤਾ ਜਾਂਦਾ ਸੀ ਕਿ ਹਾਈ ਅਮਾਊਂਟ ਟੈਕਸ ਦੀ ਪੇ ਕਰਨ, ਸਟੇਟ ਨੂੰ ਟੈਕਸ ਦੇਣਾ, ਜ਼ਮੀਨਦਾਰਸ ਨੂੰ ਟੈਕਸ ਦੇਣਾ, ਜਾਗੀਰਦਾਰਸ ਨੂੰ। ਸੋ ਦੇ ਵਰ ਵੇਰੀਅਸ ਕਾਈਂਡਸ ਆਫ ਟੈਕਸਿਸ ਦੇ ਹੈਵ ਟੂ ਪੇ, ਠੀਕ ਹੈ, ਜਿਹੜੇ ਉਹਨਾਂ ਨੂੰ ਪੇ ਕਰਨੇ ਪੈਂਦੇ ਸੀ। ਤਾਂ ਇਹ ਜਿਹੜੀ ਸਿਚੁਏਸ਼ਨ ਸੀਗੀ ਦੈਟ ਬਿਕੇਮ ਵਰਸ, ਉਹ ਹੋਰ ਵੀ ਖ਼ਰਾਬ ਹੁੰਦੀ ਗਈ ਅੰਡਰ ਬ੍ਰਿਟਿਸ਼ ਰੂਲ। ਬ੍ਰਿਟਿਸ਼ ਰੂਲ 'ਚ ਤਾਂ ਤੁਸੀਂ ਦੇਖਿਆ ਕਿ ਉਹਨਾਂ ਨੇ ਕੀ ਲੱਛਣ ਲਾਏ ਸੀਗੇ, ਠੀਕ ਹੈ। ਦੈਨ ਅਸੀਂ ਚੱਲਦੇ ਹਾਂ ਨੈਕਸਟ ਸਲਾਈਡ 'ਤੇ। ਇੱਥੇ ਅਸੀਂ ਗੱਲ ਕਰਾਂਗੇ ਟ੍ਰੇਡ ਐਂਡ ਇੰਡਸਟਰੀ ਦੀ। ਦੇਖੋ ਇੰਡੀਆ ਸੈਲਫ ਰਿਲਾਇੰਟ ਸੀਗਾ ਹੈਂਡੀਕ੍ਰਾਫਟ ਔਰ ਐਗਰੀਕਲਚਰਲ ਪ੍ਰੋਡਕਟਸ ਦੇ ਵਿੱਚ। ਇੱਕ ਸੈਕਿੰਡ, ਹਾਂਜੀ, ਇੰਡੀਆ ਕਾਫੀ ਜ਼ਿਆਦਾ ਸੈਲਫ ਰਿਲਾਇੰਟ ਸੀਗਾ, ਮਤਲਬ ਅਸੀਂ ਬਹੁਤ ਵਧੀਆ ਹੈਂਡੀਕ੍ਰਾਫਟ ਦੇ ਵਿੱਚ ਕਰ ਰਹੇ ਸੀਗੇ ਅਤੇ ਐਗਰੀਕਲਚਰਲ ਪ੍ਰੋਡਕਟਸ ਦੇ ਵਿੱਚ ਵੀ। ਈਵਨ ਇੰਡੀਆ ਇੰਨੀ ਜ਼ਿਆਦਾ ਫੋਰਨ ਗੁੱਡਸ ਇੰਪੋਰਟ ਨਹੀਂ ਕਰਦਾ ਸੀਗਾ, ਠੀਕ ਹੈ। ਇੰਡੀਆ ਦੇ ਵਿੱਚ ਜੋ ਇੰਡਸਟਰੀਅਲ ਔਰ ਐਗਰੀਕਲਚਰਲ ਪ੍ਰੋਡਕਟਸ ਬਣਦੇ ਸੀਗੇ ਉਹ ਬਹੁਤ ਜ਼ਿਆਦਾ ਗ੍ਰੇਟ ਡਿਮਾਂਡ ਦੇ ਵਿੱਚ ਸੀਗੇ, ਫੋਰਨ ਮਾਰਕੀਟਸ ਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਕੀ ਸੀਗੀ, ਡਿਮਾਂਡ ਸੀਗੀ। ਅਤੇ ਬਹੁਤ ਜ਼ਿਆਦਾ ਡਿਮਾਂਡ ਸੀਗੀ ਇੰਡੀਆ ਦਾ। ਇਵਨ ਜੋ ਐਕਸਪੋਰਟ ਸੀਗਾ ਉਹ ਉਸਦੇ ਇੰਪੋਰਟ ਤੋਂ ਵੀ ਕੀ ਸੀਗਾ, ਜ਼ਿਆਦਾ ਸੀਗਾ। ਅਸੀਂ ਐਕਸਪੋਰਟ ਜੋ ਸੀ ਉਹ ਜ਼ਿਆਦਾ ਕਰਦੇ ਸੀ, ਇੰਪੋਰਟ ਘੱਟ ਕਰਦੇ ਸੀਗੇ। ਟਰੇਡ ਜੋ ਸੀ ਉਹ ਬੈਲੈਂਸਡ ਸੀਗਾ ਬਾਈ ਇੰਪੋਰਟ ਆਫ ਸਿਲਵਰ ਐਂਡ ਗੋਲਡ। ਉਸ ਟਾਈਮ ਜਦੋਂ ਟਰੇਡ ਕੀਤਾ ਜਾਂਦਾ ਸੀ ਨਾ, ਤਾਂ ਟਰੇਡ ਦੇ ਵਿੱਚ ਅਗਰ ਤੁਸੀਂ ਕੋਈ ਵੀ ਸਮਾਨ ਦੇ ਰਹੇ ਹੋ ਤਾਂ ਉਸਦੇ ਬਦਲੇ ਕੀ ਮਿਲਦਾ ਸੀਗਾ, ਮੈਟਲਸ ਵਗੈਰਾ ਮਿਲਦਾ ਸੀ, ਗੋਲਡ ਜਾਂ ਸਿਲਵਰ ਵਗੈਰਾ ਮਿਲਦਾ ਸੀ। ਤਾਂ ਹੀ ਕਰਕੇ ਇੰਡੀਆ ਨੂੰ ਉਸ ਟਾਈਮ 'ਤੇ ਸਿੰਕ ਆਫ ਪ੍ਰੀਸ਼ੀਅਸ ਮੈਟਲਸ ਵੀ ਬੋਲਿਆ ਜਾਂਦਾ ਸੀ, ਬਿਕੋਜ਼ ਇੱਥੇ ਦੇ ਦੇਖੋ ਤੁਹਾਨੂੰ ਪਤਾ ਹੈ ਕਿ ਅੰਗਰੇਜ਼ ਜਿਹੜੇ ਸੀਗੇ ਉਹ ਵਪਾਰ ਕਰਨ ਆਏ ਸੀਗੇ ਇੱਥੇ। ਉਹਨਾਂ ਨੂੰ ਮਸਾਲੇ ਵਗੈਰਾ ਜਿਹੜੇ ਸੀਗੇ ਬੜੇ ਵਧੀਆ ਲੱਗੇ ਸੀ, ਅਤੇ ਮਸਾਲੇ
ਮਸਾਲੇ ਵਗੈਰਾ ਇਵਨ ਅਰਬ ਦੇ ਜੋ ਮਰਚੈਂਟਸ ਹੁੰਦੇ ਸੀ ਉਹ ਮਸਾਲੇ ਵਗੈਰਾ ਲੈ ਕੇ ਜਾਂਦੇ ਸੀ, ਉਸਦੇ ਬਦਲੇ ਉਹ ਕੀ ਦਿੰਦੇ ਸੀ, ਮੈਟਲ। ਹੁਣ ਮਸਾਲਿਆਂ ਦਾ ਤਾਂ ਕੀ ਹੈ, ਤੁਸੀਂ ਇੱਕ ਵਾਰ ਉਗਾਏ ਤੁਸੀਂ ਦੁਬਾਰਾ ਵੀ ਉਗਾ ਲਓਗੇ, ਬਟ ਜੋ ਮੈਟਲਸ ਹੈ ਉਹ ਨੇਚਰ ਦੇ ਵਿੱਚ ਇੱਕ ਲਿਮਿਟਿਡ ਕੁਆਂਟਿਟੀ ਦੇ ਵਿੱਚ ਹੁੰਦੇ ਹੈ, ਠੀਕ ਹੈ। ਅਤੇ ਓਬਵੀਅਸ ਹੈ ਜਿਸ ਦੇ ਕੋਲ ਮੈਟਲ ਹੋਊਗਾ ਉਹ ਬੰਦਾ ਪ੍ਰੋਸਪਰਸ ਕਰੂਗਾ। ਇੰਡੀਆ ਦੇ ਵਿੱਚ ਮੈਟਲਸ ਜਿਹੜੇ ਸੀਗੇ ਬਹੁਤ ਆਉਂਦੇ ਸੀਗੇ ਟ੍ਰੇਡ ਦੇ ਰਾਹੀਂ, ਠੀਕ ਹੈ, ਬਟ ਉਹਨਾਂ ਦਾ ਜਿਹੜਾ ਫਾਇਦਾ ਹੈ ਅੱਜ ਦੇ ਇੰਡੀਆ ਨੂੰ ਤਾਂ ਨਹੀਂ ਮਿਲਿਆ, ਕਿਉਂਕਿ ਵਿੱਚੋਂ ਜਿਹੜੇ ਸੀਗੇ ਇਹ ਬ੍ਰਿਟਿਸ਼ਰਸ ਆਏ ਅਤੇ ਸਾਰਾ ਕੁਛ ਲੁੱਟ ਕੇ ਲੈ ਗਏ। ਦੈਨ ਅਸੀਂ ਅੱਗੇ ਗੱਲ ਕਰਦੇ ਹਾਂ ਆਈਟਮਸ ਆਫ ਇੰਪੋਰਟ। ਅਸੀਂ ਵੇਖ ਲੈਂਦੇ ਹਾਂ ਕਿ ਕੀ ਆਈਟਮ ਸੀਗੀਆਂ ਜਿਹੜੀ ਅਸੀਂ ਇੰਪੋਰਟ ਕਰਦੇ ਸੀਗੇ। ਸਭ ਤੋਂ ਪਹਿਲਾਂ ਦੇਖੋ ਅਰੇਬੀਆ ਦੇ ਵਿੱਚ ਅਸੀਂ ਅਰੇਬੀਆ ਤੋਂ ਆਈਟਮਸ ਆਫ ਇੰਪੋਰਟ ਜੋ ਅਸੀਂ ਚੀਜ਼ਾਂ ਮੰਗਵਾਉਂਦੇ ਸੀਗੇ, ਗੋਲਡ ਵਗੈਰਾ ਹੋ ਗਿਆ, ਡਰੱਗਸ, ਕੌਫੀ, ਹਨੀ। ਦੈਨ ਚਾਈਨਾ ਤੋਂ ਅਸੀਂ ਪ੍ਰੋਕਲੇਨ ਮੈਂ ਤੁਹਾਨੂੰ ਅੱਗੇ ਦਿਖਾਉਂਦੀ ਹਾਂ, ਚੀਨੀ ਮਿੱਟੀ ਦੇ ਪੋਰਸੀਲੇਨ ਜਾਂ ਪ੍ਰੋਕਲੇਨ, ਇਹ ਜੋ ਵੀ ਇਹਨੂੰ ਬੋਲਦੇ ਆਈ ਥਿੰਕ ਪੋਰਸੀਲੇਨ ਬੋਲਦੇ ਹੈ, ਸੌਰੀ ਫॉर द ਪ੍ਰੋਨੰਸੀਏਸ਼ਨ, ਠੀਕ ਹੈ। ਦੈਨ ਟੀ ਮੰਗਵਾਉਂਦੇ ਸੀ, ਸ਼ੂਗਰ ਮੰਗਵਾਉਂਦੇ ਸੀਗੇ, ਦੈਨ ਸਿਲਕ ਵਗੈਰਾ ਵੀ ਮੰਗਵਾਉਂਦੇ ਸੀਗੇ। ਅਫਰੀਕਾ ਤੋਂ ਅਸੀਂ ਮੰਗਵਾਉਂਦੇ ਸੀ ਡਰੱਗਸ ਐਂਡ ਆਈਵਰੀ ਦੇਖੋ ਉਹਨੂੰ ਕਿਹਾ ਜਾਂਦਾ ਹੈ ਜਿਹੜੇ ਹਾਥੀ ਦੇ ਦੰਦ ਹੁੰਦੇ ਆ ਨਾ ਉਹਨੂੰ ਆਈਵਰੀ ਕਿਹਾ ਜਾਂਦਾ ਹੈ। ਅਤੇ ਇਹ ਜੋ ਹੈ ਕਾਫੀ ਚੀਜ਼ਾਂ ਬਣਾਉਣ ਦੇ ਵਿੱਚ ਯੂਜ਼ ਕਰੇ ਜਾਂਦੇ ਹੈ, ਲਾਈਕ ਪਿਆਨੋ ਕੀਜ਼ ਹੋ ਗਈ, ਚੈਸ ਦੇ ਸੈਟਸ ਹੋ ਗਏ, ਦੈਨ ਜੂਲਰੀ ਵਗੈਰਾ ਹੋ ਗਈ, ਇਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਡਰੱਗਸ, ਦਵਾਈਆਂ ਵਗੈਰਾ ਮੰਗਵਾਈਆਂ ਜਾਂਦੀਆਂ ਸੀ। ਯੂਰਪ ਤੋਂ ਵੂਲਨ ਦਾ ਕੱਪੜੇ ਮੰਗਵਾਏ ਜਾਂਦੇ ਸੀ, ਕਿਉਂਕਿ ਤੁਹਾਨੂੰ ਪਤਾ ਨਾ ਉੱਥੇ ਸਰਦੀ ਹੁੰਦੀ ਹੈ, ਉੱਥੇ ਵੂਲਨ ਬਹੁਤ ਬਣਦਾ ਹੈ। ਕਾਪਰ ਵਗੈਰਾ, ਆਇਰਨ, ਲੈਡ ਐਂਡ ਪੇਪਰ ਮੰਗਵਾਇਆ ਜਾਂਦਾ ਸੀ। ਤਿੱਬਤ ਤੋਂ ਪਹਿਲੇ ਇੱਥੇ ਦੇਖ ਲੈਂਦੇ ਆ, ਤਿੱਬਤ ਤੋਂ ਮੰਗਵਾਇਆ ਜਾਂਦਾ ਸੀ ਗੋਲਡ, ਵੂਲਨ ਕਲੋਥ ਐਂਡ ਮਸਕ ਕੀ ਹੁੰਦਾ ਹੈ, ਦੇਖੋ ਮਸਕ ਜਿਹੜਾ ਹੈ ਨਾ ਇੱਕ ਤਰ੍ਹਾਂ ਦਾ ਐਰੋਮੈਟਿਕ ਫਰੈਗਰੈਂਸ ਹੁੰਦੀ ਹੈ, ਐਰੋਮੈਟਿਕ ਸਬਸਟਾਂਸ ਹੁੰਦਾ ਹੈ, ਖੁਸ਼ਬੂਦਾਰ ਪਦਾਰਥ ਹੁੰਦਾ ਹੈ ਇਹ, ਠੀਕ ਹੈ। ਇਹ ਜੋ ਮਸਕ ਡੀਅਰ ਹੁੰਦਾ ਹੈ ਨਾ, ਇੱਕ ਮਸਕ ਡੀਅਰ ਉਹ ਹਿਮਾਲਯਨ ਰੀਜਨ ਦੇ ਵਿੱਚ ਮਿਲਦਾ ਹੈ, ਉਹਦੀ ਬੋਡੀ ਦੇ ਵਿੱਚੋਂ, ਉਹਦੇ ਗਲੈਂਡ ਦੇ ਵਿੱਚੋਂ ਇਹ ਜਿਹੜਾ ਹੈਗਾ ਮਿਲਦਾ। ਅਤੇ ਮਸਕ ਜਿਹੜਾ ਹੈਗਾ ਇਹਦੇ ਵਿੱਚ ਇਹਨੂੰ ਪਰਫਿਊਮ ਬਣਾਉਣ ਦੇ ਵਿੱਚ, ਮਸਕ ਨੂੰ ਪਰਫਿਊਮ ਬਣਾਉਣ ਦੇ ਵਿੱਚ, ਸੈਂਟ ਵਗੈਰਾ ਬਣਾਉਣ ਦੇ ਵਿੱਚ, ਸੋਪਸ ਵਗੈਰਾ ਬਣਾਉਣ ਦੇ ਵਿੱਚ ਕੀ ਕੀਤਾ ਜਾਂਦਾ ਹੈ, ਯੂਜ਼ ਕੀਤਾ ਜਾਂਦਾ ਹੈ। ਈਵਨ ਇਸ ਦੇ ਉੱਪਰ ਨਾ ਲਾਈਕ ਆਈ ਡੋਂਟ ਨੋ ਇਹਨੂੰ ਹਿੰਦੀ 'ਚ ਕੀ ਬੋਲਦੇ ਆ, ਪੰਜਾਬੀ 'ਚ ਕੀ ਬੋਲਦੇ, ਕਸਤੂਰੀ, ਆਮ ਨੋਟ ਸ਼ੋਰ, ਪਤਾ ਨਹੀਂ ਕੀ ਬੋਲਦੇ ਆ ਇਸਨੂੰ। ਇਹਦੇ ਉੱਪਰ ਕਬੀਰ ਦਾ ਇੱਕ ਦੋਹਾ ਵੀ ਹੈ। ਮਤਲਬ ਕੀ ਹੁੰਦਾ ਹੈ ਕਿ ਇੱਕ ਸਟੋਰੀ ਜੀ ਹੈ ਕਿ ਇਹ ਜਦੋਂ ਲਾਈਕ ਇਹਦੇ ਵਿੱਚ ਦੱਸਿਆ ਗਿਆ ਕਿ ਇਹ ਜਦੋਂ ਮਸਕ ਡੀਅਰ ਜਿਹੜਾ ਹੁੰਦਾ ਉਹਦੇ ਵਿੱਚੋਂ ਇਹ ਸਬਸਟਾਂਸ ਨਿਕਲਦਾ ਹੈ ਨਾ, ਅਤੇ ਬਹੁਤ ਜ਼ਿਆਦਾ ਇਹਦੀ ਅੱਛੀ ਖੁਸ਼ਬੂ ਹੁੰਦੀ ਹੈ, ਖੁਸ਼ਬੂ ਸਾਰੇ ਕਿਤੇ ਫੈਲ ਜਾਂਦੀ ਹੈ। ਅਤੇ ਜਿਹੜਾ ਮਸਕ ਡੀਅਰ ਹੈ ਨਾ ਪੂਰੇ ਜੰਗਲਾਂ ਦੇ ਵਿੱਚ ਘੁੰਮਦਾ ਰਹਿੰਦਾ ਹੈ ਇੱਧਰ ਤੋਂ ਉੱਧਰ, ਇਹ ਵੇਖਣ ਲਈ ਕਿ ਖੁਸ਼ਬੂ ਆ ਕਿੱਥੋਂ ਰਹੀ ਹੈ, ਬਟ ਉਹਨੂੰ ਖੁਦ ਨੂੰ ਹੀ ਨਹੀਂ ਪਤਾ ਹੁੰਦਾ ਕਿ ਇਹ ਖੁਸ਼ਬੂ ਜਿਹੜੀ ਹੈਗੀ ਆ ਉਹ ਉਹਦੇ ਵਿੱਚੋਂ ਹੀ ਆ ਰਹੀ ਹੁੰਦੀ ਹੈ, ਠੀਕ ਹੈ। ਇਸ ਦੀ ਇੱਕ ਸੈਂਸ ਇਹ ਬਣਦੀ ਹੈ ਕਿ ਸੈਟਿਸਫੈਕਸ਼ਨ ਜਿਹੜੀ ਹੈ ਉਹ ਲਾਈਜ਼ ਵਿਦਿਨ, ਉਹ ਤੁਹਾਡੇ ਅੰਦਰ ਹੀ ਲਾਈ ਕਰਦੀ ਹੈ। ਤੁਸੀਂ ਇੱਧਰ ਉੱਧਰ ਦੁਨੀਆ ਜਹਾਨ ਦੀ ਚੀਜ਼ਾਂ ਖੋਜਦੇ ਰਹਿੰਦੇ ਹੋ ਹੈ ਨਾ, ਤੁਸੀਂ ਕਦੇ ਵੀ ਸੈਟਿਸਫਾਈ ਨਹੀਂ ਹੁੰਦੇ, ਜਦ ਕਿ ਤੁਹਾਡੇ ਅੰਦਰ ਹੀ ਇੱਕ ਤਰ੍ਹਾਂ ਦੀ ਸੈਟਿਸਫੈਕਸ਼ਨ ਹੁੰਦੀ ਹੈ। ਅਗਰ ਤੁਹਾਨੂੰ ਉਹ ਪਤਾ ਲੱਗ ਗਈ ਦੈਨ ਤੁਹਾਨੂੰ ਦੁਨੀਆ ਦੀ ਜਿਹੜੀ ਮਟੀਰੀਅਲਿਸਟਿਕ ਚੀਜ਼ਾਂ ਇਹ ਪਸੰਦ ਨਹੀਂ ਆਉਣਗੀਆਂ। ਅਤੇ ਦੂਸਰਾ ਰੀਜ਼ਨ ਇਹ ਵੀ ਹੈ ਕਿ ਅਗਰ ਬਾਇਓਲੋਜੀਕਲੀ ਵੇਖੀਏ, ਇਹ ਮਸਕ ਡੀਅਰ ਦੀ ਬੋਡੀ 'ਚ ਇਸ ਕਰਕੇ ਸਬਸਟਾਂਸ ਨਿਕਲਦਾ ਹੈ ਬਿਕੋਜ਼ ਇਹ ਜੋ ਫੀਮੇਲ ਡੀਅਰ ਹੁੰਦੀ ਆ ਉਸਨੂੰ ਅਟਰੈਕਟ ਕਰਦਾ ਆਪਣੀ ਤਰਫ, ਜਦੋਂ ਉਹਨਾਂ ਨੂੰ ਆਪਣੇ ਇੱਕ ਦੂਜੇ ਨਾਲ ਸੈਕਸ਼ੁਅਲ ਰਿਲੇਸ਼ਨਸ ਇਸਟੈਬਲਿਸ਼ ਕਰਨੇ ਹੋਣ ਉਸ ਲਈ, ਠੀਕ ਹੈ। ਸੋ ਸਾਡੇ ਕੰਮ ਦਾ ਨਹੀਂ ਹੈ, ਜਸਟ ਮੈਂ ਤੁਹਾਨੂੰ ਇੱਕ ਜਨਰਲ ਨੌਲੇਜ ਲਈ ਦੱਸਦਾ। ਦੈਨ ਪਰਸ਼ੀਅਨ ਗਲਫ ਤੋਂ ਅਸੀਂ ਕੀ ਮੰਗਵਾਉਂਦੇ ਸੀਗੇ, ਇੱਥੇ ਲਿਖਿਆ ਹੋਇਆ ਰॉ ਸਿਲਕ, ਵੂਲ, ਡੇਟਸ, ਰੋਜ਼, ਇੱਕ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਇਹ ਰੋਜ਼ ਵਾਟਰ, ਗੁਲਾਬ ਜਲ, ਡੇਟਸ ਹੋ ਗਈ, ਖਜੂਰ ਐਂਡ ਪਰਲਸ, ਮੋਤੀ ਤੁਸੀਂ ਵੇਖੇ ਹੈ, ਇਹ ਅਸੀਂ ਪਰਸ਼ੀਅਨ ਗਲਫ ਤੋਂ ਕੀ ਕਰਦੇ ਸੀ, ਇੰਪੋਰਟ ਕਰਦੇ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹਾਂ ਇਹ ਦੇਖੋ, ਇਹ ਹੈ ਪਿਕਚਰ, ਇਹ ਹੈ 1817 ਦੀ ਪੋਰਸਿਲੇਨ ਪਲੇਟ ਚਾਈਨਾ ਤੋਂ ਜੋ ਅਸੀਂ ਇੰਪੋਰਟ ਕਰੀ ਸੀ। ਅਸੀਂ ਨਹੀਂ ਇੰਪੋਰਟ, ਮਤਲਬ ਚਾਈਨਾ ਤੋਂ ਆਏ ਇਹ, ਬਸ ਇੰਨਾ ਤੁਸੀਂ ਦੇਖ ਲਓ, ਇੱਕ ਇੰਪੋਰਟੈਂਟ ਨਹੀਂ ਹੈ, ਪਿਕਚਰ ਵੈਸੇ ਹੀ ਦਿਖਾਤੀਆਂ। ਇਹ ਤੁਸੀਂ ਦੇਖੋਗੇ ਆਈਵਰੀ ਇਹਨੂੰ ਬੋਲਦੇ ਹੈ, ਠੀਕ ਹੈ, ਇਹ ਦੇਖ ਰਹੇ ਹੈ। ਦੈਨ ਇਹ ਡੈਕੋਰੇਟਿਡ ਆਈਵਰੀ ਵੀ ਤੁਸੀਂ ਦੇਖ ਸਕਦੇ ਹੋ, ਡੈਕੋਰੇਸ਼ਨ ਦੇ ਲਈ ਇਹਨੂੰ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਦੈਨ ਆਈਟਮਸ ਆਫ ਐਕਸਪੋਰਟ, ਐਸੀ ਆਈਟਮਸ ਜੋ ਅਸੀਂ ਐਕਸਪੋਰਟ ਕਰਦੇ ਸੀ, ਕਾਟਨ ਟੈਕਸਟਾਈਲ, ਹਾਰਡਵੇਅਰ, ਇੰਡੀਗੋ, ਓਪੀਅਮ, ਇਹ ਦੇਖੋ ਓਪੀਅਮ ਪਤਾ ਹੀ ਹੋਊਗਾ ਤੁਹਾਨੂੰ ਕੀ ਹੁੰਦਾ,
ਰਾਈਸ, ਵੀਟ, ਸ਼ੂਗਰ, ਪੈਪਰ, ਪ੍ਰੈਸ਼ੀਅਸ ਸਟੋਨਸ, ਡਰੱਗਸ ਵਗੈਰਾ। ਹੁਣ ਤੁਸੀਂ ਵੇਖੋਗੇ ਉਰੇ ਕੀ ਲਿਖਿਆ ਹੋਇਆ, ਰਾਈਸ ਲਿਖਿਆ ਹੋਇਆ, ਠੀਕ ਹੈ। ਅਤੇ ਪਿੱਛੇ ਆ ਜਾਓ, ਇੱਥੇ ਹੈ ਕਿਤੇ, ਇੱਥੇ ਮੈਂ ਲਿਖਿਆ ਨਹੀਂ, ਬਟ ਆਈ ਥਿੰਕ ਅਸੀਂ ਰਾਈਸ ਵਗੈਰਾ ਵੀ ਇੰਪੋਰਟ ਕਰਦੇ ਸੀਗੇ, ਠੀਕ ਹੈ। ਤਾਂ ਤੁਸੀਂ ਦੇਖੋਗੇ ਮੈਂ ਕਿਉਂਕਿ ਇੱਥੇ ਸਾਰੀ ਚੀਜ਼ਾਂ ਨਹੀਂ ਮੈਂਸ਼ਨ ਕੀਤੀਆਂ, ਇੰਪੋਰਟੈਂਟ ਕਰਤੀਆਂ। ਕਈ ਵਾਰ ਤੁਸੀਂ ਦੇਖੋਗੇ ਇੱਕੋ ਚੀਜ਼ ਅਸੀਂ ਇੰਪੋਰਟ ਵੀ ਕਰ ਰਹੇ ਹਾਂ, ਐਕਸਪੋਰਟ ਵੀ ਕਰ ਰਹੇ ਹਾਂ। ਉਹਦੇ ਪਿੱਛੇ ਦਾ ਕੀ ਰੀਜ਼ਨ ਹੈ? ਉਹ ਰੀਜ਼ਨ ਇਹ ਹੁੰਦਾ ਕਿ ਹੁਣ ਜ਼ਰੂਰੀ ਤਾਂ ਨਹੀਂ ਰਾਈਸ ਦੀ ਵੀ ਕਿੰਨੀ ਵੈਰਾਈਟੀਜ਼ ਹੁੰਦੀਆਂ ਨੇ। ਹੋ ਸਕਦਾ ਕਿ ਜੋ ਰਾਈਸ ਦੀ ਵੈਰਾਈਟੀ ਇੰਡੀਆ 'ਚ ਪੈਦਾ ਹੋ ਰਹੀ ਹੈ ਉਹ ਬਾਹਰ ਨਹੀਂ ਪੈਦਾ ਹੋ ਰਹੀ ਹੋਵੇ, ਤਾਂ ਉਹ ਅਸੀਂ ਇੱਥੇ ਤੋਂ ਕਿਆ ਕਰ ਦਾਂਗੇ, ਐਕਸਪੋਰਟ ਕਰ ਦਾਂਗੇ, ਠੀਕ ਹੈ। ਤਾਂ ਇਹ ਚੀਜ਼ਾਂ ਹੁੰਦੀ ਸੀ। ਇਹ ਤੁਸੀਂ ਵੇਖ ਸਕਦੇ ਹੋ ਓਪੀਐਮ ਦੀ ਪਿਕਚਰ ਹੈ ਇੱਥੇ, ਅਤੇ ਪਰਲਸ ਵਗੈਰਾ ਦੀ, ਠੀਕ ਹੈ। ਉਸ ਤੋਂ ਬਾਅਦ ਇੱਥੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਇੰਪੋਰਟੈਂਟ ਸੈਂਟਰਸ ਵੀ ਸੀਗੇ ਟੈਕਸਟਾਈਲ ਇੰਡਸਟਰੀ ਦੇ, ਕੱਪੜਾ ਮਾਰਕੀਟ ਦੇ, ਜਿਵੇਂ ਕਿ ਡਾਕਾ। ਇੱਥੇ ਵੀ ਮੈਂ ਸਾਰੇ ਮੈਂਸ਼ਨ ਨਹੀਂ ਕੀਤੇ, ਇੰਪੋਰਟੈਂਟ ਕੀਤੇ ਹੈ। ਇੱਕ ਹੋਰ ਮੈਂਸ਼ਨ ਕਰਨਾ ਸੀਗਾ, ਉਹ ਮੈਂ ਨਹੀਂ ਕਰ ਪਾਈ, ਤਾਂ ਤੁਸੀਂ ਯਾਦ ਰੱਖਿਓ, ਕਸ਼ਮੀਰ, ਠੀਕ ਹੈ, ਇਹ ਇੰਪੋਰਟੈਂਟ ਹੈ। ਦੈਨ ਚੰਦੇਰੀ, ਬੈਂਗਲੋਰ, ਲਾਹੌਰ, ਪਟਨਾ, ਸੂਰਤ, ਔਰੰਗਾਬਾਦ, ਡਾਕਾ, ਲਖਨਊ, ਅਹਿਮਦਾਬਾਦ, ਜੌਨਪੁਰ, ਵਾਰਾਣਸੀ, ਬਰੌਚ, ਕੋਇੰਬਟੂਰ, ਮਦੁਰਈ, ਆਗਰਾ, ਸ਼ਿਕਾਗੋਲ, ਠੀਕ ਹੈ। ਇਹ ਕੁਛ ਸੈਂਟਰਸ ਸੀਗੇ ਟੈਕਸਟਾਈਲ ਇੰਡਸਟਰੀ ਦੇ, ਕੱਪੜਾ ਮਾਰਕੀਟ ਦੇ ਲਈ, ਠੀਕ ਹੈ। ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਸ਼ਿਪ ਬਿਲਡਿੰਗ ਇੰਡਸਟਰੀ ਬਾਰੇ। ਦੇਖੋ ਮਹਾਰਾਸ਼ਟਰ, ਆਂਧਰਾ ਐਂਡ ਬੰਗਾਲ, ਇਹ ਕਾਫੀ ਜ਼ਿਆਦਾ ਮਤਲਬ ਕਿ ਇੰਪੋਰਟੈਂਟ ਸੀਗੇ ਸ਼ਿਪ ਬਿਲਡਿੰਗ ਇੰਡਸਟਰੀ ਲਈ, ਫੇਮਸ ਸੀਗੀਆਂ ਇਹ ਜਗ੍ਹਾ। ਇੱਕ ਸੀਗਾ ਜਮੂਰੀਨ, ਕੈਲੀਕਟ ਦਾ ਇਹ ਰਾਜਾ ਸੀਗਾ ਜਮੂਰੀਨ। ਇਹਨੇ ਕੀ ਕੀਤਾ ਸੀ, ਮੁਸਲਿਮ ਕੁੰਜਲੀ ਮਰਈਕਰਜ਼ ਹੁੰਦੇ ਸੀਗੇ, ਠੀਕ ਹੈ। ਇਹ ਇੱਕ ਮਤਲਬ ਇਹ ਲੋਕ ਸੀਗੇ, ਗਰੁੱਪ ਸੀਗਾ ਇੱਕ, ਠੀਕ ਹੈ। ਇਹ ਮੁਸਲਿਮ ਲੋਕ ਸੀਗੇ ਜਿਨ੍ਹਾਂ ਨੂੰ ਬੋਲਦੇ ਸੀ ਕੁੰਜਲੀ ਮਰਈਕਰਜ਼। ਇਹ ਕਾਫੀ ਜ਼ਿਆਦਾ ਜਾਣੇ ਜਾਂਦੇ ਸੀਗੇ ਫੋਰ ਦੇਅਰ ਮੈਰੀਟਾਈਮ ਐਬਿਲਿਟੀ, ਜਾਂ ਸੀ ਫੇਅਰਿੰਗ ਐਬਿਲਿਟੀ ਵੀ ਬੋਲ ਦਿੰਦੇ ਹੈ। ਮਤਲਬ ਕਿ ਦੂਰ ਦੀ ਸਮੁੰਦਰ ਦੀ ਯਾਤਰਾਵਾਂ ਕਰਨ ਲਈ ਇਹ ਜਾਣੇ ਜਾਂਦੇ ਸੀਗੇ, ਠੀਕ ਹੈ। ਤੋ ਜਿਹੜਾ ਜਮੂਰੀਨ ਸੀਗਾ ਕੈਲੀਕਟ ਦਾ, ਇਹਨਾਂ ਨੇ ਉਹਨੇ ਕਿਹਾ ਕਿ ਤੁਸੀਂ ਆਓ ਔਰ ਸਾਨੂੰ ਆਪਣੀ ਸਰਵਿਸਿਜ਼ ਦਿਓ ਸਾਡੀ ਨੇਵੀ ਦੇ ਵਿੱਚ, ਠੀਕ ਹੈ। ਅਤੇ ਇਹਨਾਂ ਨੇ ਆਪਣੀ ਸਰਵਿਸਿਜ਼ ਵੀ ਦਿੱਤੀਆਂ ਸੀ। ਦੈਨ ਉਸ ਤੋਂ ਬਾਅਦ ਜੋ ਸ਼ਿਵਾ ਜੀ ਸੀਗੇ, ਉਹਨਾਂ ਦੀ ਜਿਹੜੀ ਨੇਵੀ ਸੀ ਉਹ ਵੀ ਕਾਫੀ ਜ਼ਿਆਦਾ ਸਟਰੋਂਗ ਸੀਗੀ। ਔਰ ਵੈਸਟ ਕੋਸਟ ਦੇ ਉੱਪਰ ਜਦੋਂ ਪੋਰਚੁਗੀਜ਼ ਆਏ ਸੀਗੇ ਤਾਂ ਉਹਨਾਂ ਦੇ ਅਗੇਂਸਟ ਡਟ ਕੇ ਖੜ੍ਹੇ ਰਹੀ ਸੀ ਸ਼ਿਵਾ ਜੀ ਦੀ ਨੇਵੀ, ਅਤੇ ਉਹਨਾਂ ਨੇ ਆਪਣੇ ਆਪ ਦਾ ਕਾਫੀ ਜ਼ਿਆਦਾ ਬਚਾਅ ਵੀ ਕੀਤਾ। ਦੈਨ ਕਈ ਵਾਰ ਤਾਂ ਇਵਨ ਯੂਰੋਪੀਅਨ ਕੰਪਨੀਜ਼ ਜਿਹੜੀ ਸੀਗੀ ਉਹ ਇੰਡੀਅਨ ਮੇਡ ਸ਼ਿਪਸ ਵੀ ਕੀ ਸੀਗੀ ਖਰੀਦ ਲੈਂਦੇ ਸੀ ਫੋਰ ਦੇਅਰ ਯੂਜ਼, ਠੀਕ ਹੈ। ਦੈਨ ਉਸ ਤੋਂ ਬਾਅਦ ਦੇਖਦੇ ਹਾਂ ਸਟੇਟਸ ਆਫ ਐਜੂਕੇਸ਼ਨ ਦਾ ਸਟੇਟਸ ਕੀ ਸੀ। ਦੇਖੋ ਐਜੂਕੇਸ਼ਨ ਜਿਹੜੀ ਇਸ ਟਾਈਮ ਇੰਪਾਰਟ ਕੀਤੀ ਜਾ ਰਹੀ ਸੀਗੀ, ਦਿੱਤੀ ਜਾ ਰਹੀ ਸੀ 18th ਸੈਂਚੁਰੀ ਦੇ ਵਿੱਚ, ਦੈਟ ਵਾਸ ਸਟਿਲ ਟ੍ਰੈਡੀਸ਼ਨਲ, ਹਜੇ ਵੀ ਪੁਰਾਣੇ ਤਰੀਕੇ ਨਾਲ ਪੜ੍ਹਾਇਆ ਜਾਂਦਾ ਸੀ। ਨੌਲੇਜ ਜਿਹੜੀ ਸੀ ਕਿਸ ਚੀਜ਼ ਦੀ ਦਿੱਤੀ ਜਾਂਦੀ ਸੀ, ਇੱਕ ਸੈਕਿੰਡ ਮੈਂ ਪਾਣੀ ਪੀ ਲਵਾਂ। ਹਾਂਜੀ, ਨੌਲੇਜ ਜਿਹੜੀ ਸੀਗੀ ਲਿਮਿਟਿਡ ਸੀਗੀ, ਲਿਟਰੇਚਰ, ਲਾਅ, ਰਿਲੀਜਨ ਐਂਡ ਫਿਲੋਸਫੀ, ਕਿ ਮਤਲਬ ਲਿਟਰੇਚਰ ਬਾਰੇ ਪੜ੍ਹਾਇਆ ਜਾਂਦਾ ਸੀ, ਲਾਅ ਬਾਰੇ, ਧਰਮ ਬਾਰੇ ਸਿਖਾਇਆ ਜਾਂਦਾ ਸੀ, ਮੋਰਲ ਵੈਲਿਊਜ਼ ਬਾਰੇ ਸਿਖਾਇਆ ਜਾਂਦਾ ਸੀ, ਫਿਲੋਸਫੀਜ਼ ਬਾਰੇ ਪੜ੍ਹਾਇਆ ਜਾਂਦਾ ਸੀਗਾ, ਠੀਕ ਹੈ। ਸਾਇੰਸ ਜਾਂ ਟੈਕ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀਗੀ, ਠੀਕ ਹੈ। ਇਟ ਪ੍ਰੋਹੀਬਿਟ ਦ ਸਟੱਡੀ ਆਫ ਨੈਚੁਰਲ ਸਾਇੰਸਿਸ, ਟੈਕ ਐਂਡ ਜੋਗਰਾਫੀ, ਅਤੇ ਸਾਇੰਸ ਐਂਡ ਟੈਕ ਹੋ ਗਈ, ਜੋਗਰਾਫੀ ਹੋ ਗਈ, ਇਹਨਾਂ ਬਾਰੇ ਕੋਈ ਵੀ ਨੈਚੁਰਲ ਸਾਇੰਸਿਸ ਜਾਂ ਫਿਜ਼ੀਕਲ ਸਾਇੰਸਿਸ ਇਹਨਾਂ ਬਾਰੇ ਨਹੀਂ ਪੜ੍ਹਾਇਆ ਜਾਂਦਾ ਸੀਗਾ, ਠੀਕ ਹੈ। ਡਿਊ ਟੂ ਓਵਰ ਡਿਪੈਂਡੈਂਸ ਔਨ ਏਂਸ਼ੈਂਟ ਲਰਨਿੰਗ ਐਨੀ ਓਰੀਜਨਲ ਥੋਟ ਵਾਜ਼ ਰਿਸਟ੍ਰੇਨ। ਹੁਣ ਤੁਸੀਂ ਏਂਸ਼ੈਂਟ ਲਰਨਿੰਗ ਜੋ ਪੁਰਾਣਾ ਮੈਥਡ ਹੈ ਪੜ੍ਹਾਉਣ ਦਾ, ਉਹਦੇ ਉੱਪਰ ਇੰਨੀ ਜ਼ਿਆਦਾ ਓਵਰ ਡਿਪੈਂਡੈਂਸ ਸੀਗੀ ਕਿ ਅਗਰ ਕੋਈ ਨਿਊ ਇਨੋਵੇਟਿਵ ਆਈਡੀਆਜ਼ ਲਿਆਉਣ ਦੀ ਕੋਸ਼ਿਸ਼ ਵੀ ਕਰੇ, ਕੋਈ ਨਵਾਂ ਥੋਟ ਲੈ ਕੇ ਵੀ ਆਵੇ, ਤਾਂ ਉਸਨੂੰ ਡਿਸਕਰੇਜ ਕੀਤਾ ਜਾਂਦਾ ਸੀ, ਠੀਕ ਹੈ। Elementary education among Hindus and Muslims was quite widespread. The Hindus' elementary schools were called Pathshalas and maktabs for Muslims. ਇਹ ਐਂਡ ਮੈਂ 2 ਵਾਰ ਲਿਖਤਾ, ਤੁਸੀਂ ਕੱਟ ਕਰ ਸਕਦੇ ਹੋ। ਅਤੇ ਜਿਹੜੀ ਹੁਣ ਕੀ ਸੀ, ਮੈਂ ਕੀ ਬੋਲ ਰਹੀ ਸੀਗੀ ਕਿ ਹਾਂ, ਕਿ ਕੋਈ ਵੀ ਨਵਾਂ ਥੋਟ ਸੀਗਾ ਉਹਨੂੰ ਇਨਕਰੇਜ ਨਹੀਂ ਕੀਤਾ ਜਾਂਦਾ ਸੀਗਾ, ਠੀਕ ਹੈ। ਅਤੇ ਓਵਰ ਰਿਲਾਇੰਸ ਸੀਗੀ ਉਹੀ ਟ੍ਰੈਡੀਸ਼ਨਲ ਲਰਨਿੰਗ 'ਤੇ, ਠੀਕ ਹੈ। ਕੋਈ ਵੀ ਅਗਰ ਉਹਨਾਂ ਨੂੰ ਲੱਗਦਾ ਸੀ ਕਿ ਅਗਰ ਕੋਈ ਨਵੀਂ ਗੱਲ ਕੀਤੀ ਜਾ ਰਹੀ ਹੈ ਔਰ ਉਹ ਨਵੀਂ ਗੱਲ ਕਰਕੇ ਸਾਡੇ ਜਿਹੜੇ ਪੁਰਾਣੇ ਰੀਤੀ ਰਿਵਾਜ਼ ਹੈ, ਪੁਰਾਣੀਆਂ ਚੀਜ਼ਾਂ ਨੂੰ ਖਤਰਾ ਹੈ, ਤਾਂ ਓਬਵੀਅਸ ਹੈ ਕਿ
ਉਹ ਚਾਹੇ ਨਵੀਂ ਚੀਜ਼ ਸਹੀ ਵੀ ਹੋਵੇ ਉਸਨੂੰ ਗਲਤ ਕਰਾਰ ਦੇ ਦਿੱਤਾ ਜਾਂਦਾ ਸੀਗਾ, ਠੀਕ ਹੈ। ਐਲੀਮੈਂਟਰੀ ਐਜੂਕੇਸ਼ਨ ਜਿਹੜੀ ਸੀਗੀ ਹਿੰਦੂਜ਼ ਔਰ ਮੁਸਲਿਮ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਦਿੱਤੀ ਜਾਂਦੀ ਸੀ, ਐਟਲੀਸਟ ਮਤਲਬ ਐਲੀਮੈਂਟਰੀ ਤੱਕ ਦੀ ਤਾਂ ਪੜ੍ਹਾਈ ਉਹਨਾਂ ਨੂੰ ਸਭ ਨੂੰ ਦਿੱਤੀ ਹੀ ਜਾਂਦੀ ਸੀ। ਹਿੰਦੂਜ਼ ਦੇ ਜੋ ਐਲੀਮੈਂਟਰੀ ਸਕੂਲ ਹੁੰਦੇ ਸੀ ਉਹਨਾਂ ਨੂੰ ਪਾਠਸ਼ਾਲਾ ਕਿਹਾ ਜਾਂਦਾ ਸੀ, ਅਤੇ ਮੁਸਲਿਮ ਦੇ ਵਿੱਚ ਜੋ ਐਲੀਮੈਂਟਰੀ ਸਕੂਲ ਹੁੰਦੇ ਸੀ ਉਹਨਾਂ ਨੂੰ ਮਕਤਬਜ਼ ਕਿਹਾ ਜਾਂਦਾ ਸੀਗਾ, ਠੀਕ ਹੈ। ਦੈਨ ਉਸ ਤੋਂ ਬਾਅਦ ਜਿਹੜੀ ਐਜੂਕੇਸ਼ਨ ਸੀਗੀ ਦੈਟ ਵਾਜ਼ ਰਿਸਟ੍ਰਿਕਟਿਡ ਟੂ ਰੀਡਿੰਗ ਰਾਈਟਿੰਗ ਐਂਡ ਅਰਿਥਮੈਟਿਕ, ਮਤਲਬ ਕਿ ਰੀਡ ਕਰਵਾਇਆ ਜਾਂਦਾ ਸੀ, ਲਿਖਵਾਇਆ ਜਾਂਦਾ ਸੀ। ਅਰਿਥਮੈਟਿਕ ਮਤਲਬ ਕਿ ਗਿਣਤੀ ਵਗੈਰਾ ਹੈ ਨਾ, ਕਿ ਜੋੜ ਘਟਾਓ ਆਉਣਾ ਚਾਹੀਦਾ ਹੈ, ਕਿ ਬੇਸਿਕ ਜੋ ਡੇਲੀ ਐਕਟੀਵਿਟੀਜ਼ ਹੈ ਉਹ ਬੰਦਾ ਕਰ ਸਕੇ ਆਪਣੀ ਲਾਈਫ ਦੇ ਵਿੱਚ, ਠੀਕ ਹੈ। ਚਿਲਡਰਨ ਜਿਹੜੇ ਲੋਅਰ ਕਾਸਟ ਤੋਂ ਹੁੰਦੇ ਸੀਗੇ ਉਹ ਸਕੂਲ ਤਾਂ ਅਟੈਂਡ ਕਰਦੇ ਸੀ, ਬਟ ਫੀਮੇਲ ਦੀ ਤੁਸੀਂ ਪ੍ਰੈਜੈਂਟ ਜਿਹੜੀ ਦੇਖੋਗੇ ਦੈਟ ਵਾਜ਼ ਥਿਨ ਔਨ ਦ ਗਰਾਊਂਡ, ਕਿ ਇੰਨੀ ਜ਼ਿਆਦਾ ਪ੍ਰੈਜੈਂਸ ਨਹੀਂ ਸੀਗੀ, ਦੈਟ ਵਾਜ਼ ਰੇਅਰ, ਠੀਕ ਹੈ। ਉਸ ਤੋਂ ਬਾਅਦ ਚਟੁਸਪਥੀਜ਼ ਔਰ ਟੋਲਸ ਵਰ ਕਾਲਡ ਇਨ ਬਿਹਾਰ ਐਂਡ ਬੰਗਾਲ ਐਜ਼ ਦੇ वर ਸੈਂਟਰ ਆਫ ਹਾਇਰ ਐਜੂਕੇਸ਼ਨ। ਹਾਇਰ ਐਜੂਕੇਸ਼ਨ ਦੇ ਜੋ ਸੈਂਟਰ ਹੁੰਦੇ ਸੀ ਉਹਨਾਂ ਨੂੰ ਬਿਹਾਰ ਦੇ ਵਿੱਚ ਤਾਂ ਚਟੁਸਪਥੀਜ਼ ਕਿਹਾ ਜਾਂਦਾ ਸੀ, ਔਰ ਬੰਗਾਲਸ ਦੇ ਵਿੱਚ ਕੀ ਕਿਹਾ ਜਾਂਦਾ ਸੀ, ਟੋਲਸ ਕਿਹਾ ਜਾਂਦਾ ਸੀਗਾ, ਠੀਕ ਹੈ। ਜੋ ਫੇਮਸ ਸੈਂਟਰਸ ਸੀਗੇ ਸੰਸਕ੍ਰਿਤ ਐਜੂਕੇਸ਼ਨ ਦੇ ਉਹ ਕਿਹੜੇ ਕਿਹੜੇ ਸੀ? ਇੱਕ ਸੀ ਕਾਸ਼ੀ, ਠੀਕ ਹੈ, ਇਹ ਮੈਂ ਕਸੀ ਲਿਖਿਆ ਹੋਇਆ, ਇਹ ਕਾਸ਼ੀ ਹੋਊਗਾ ਇੱਥੇ, ਅਤੇ ਕਾਸ਼ੀ ਦੇ ਸਪੈਲਿੰਗ ਇਹ ਹੈ ਕਾਸ਼ੀ, ਜਾਂ ਇਹ ਸ਼ਾਇਦ ਇੱਕ ਹੋਊਗਾ ਸਿੰਗਲ ਹੋਊਗਾ, ਆਈ ਡੋਂਟ ਨੋ, ਬਟ ਆਈ ਥਿੰਕ ਕਾਸ਼ੀ ਹੀ ਐਵੇਂ ਹੀ ਹੋਊਗਾ। ਦੈਨ ਇੱਕ ਜਗ੍ਹਾ ਸੀਗੀ ਤਿਰਹੁਤ, ਤਿਰਹੁਤ ਜਗ੍ਹਾ ਸੀ, ਕਾਸ਼ੀ ਜੋ ਹੈ ਵਾਰਾਣਸੀ 'ਚ ਹੈ, ਐਨ ਇੱਕ ਜਗ੍ਹਾ ਸੀ ਉਤਕਲ, ਉਤਕਲ ਉੜੀਸਾ ਦੇ ਵਿੱਚ ਹੈ, ਠੀਕ ਹੈ। ਇੱਥੇ ਸੰਸਕ੍ਰਿਤ ਦੀ ਐਜੂਕੇਸ਼ਨ ਇੰਪਾਰਟ ਕੀਤੀ ਜਾਂਦੀ ਸੀ। ਦੈਨ ਕੁਛ ਮਦਰਸਾਸ ਵੀ ਬਣੇ ਹੋਏ ਸੀ, ਇਹ ਐਸੇ ਇੰਸਟੀਟਿਊਸ਼ਨ ਸੀ ਜਿੱਥੇ ਹਾਈਅਰ ਲਰਨਿੰਗ ਕੀਤੀ ਜਾਂਦੀ ਸੀ, ਪਰਸ਼ੀਅਨ ਦੀ ਐਂਡ ਅਰੇਬਿਕ, ਇਹ ਦੋ ਲੈਂਗੁਏਜ ਨੂੰ ਪੜ੍ਹਾਇਆ ਜਾਂਦਾ ਸੀ, ਠੀਕ ਹੈ, ਮਦਰਸਾਸ ਦੇ ਵਿੱਚ। ਐਂਡ ਅਜ਼ੀਮਾਬਾਦ ਇਨ ਪਟਨਾ ਵਾਜ਼ ਫੇਮਸ ਸੈਂਟਰ ਫॉर ਪਰਸ਼ੀਅਨ ਐਜੂਕੇਸ਼ਨ। ਪਟਨਾ ਦੇ ਵਿੱਚ ਇੱਕ ਜਗ੍ਹਾ ਸੀਗੀ ਅਜ਼ੀਮਾਬਾਦ, ਇਹ ਕਾਫੀ ਜ਼ਿਆਦਾ ਫੇਮਸ ਸੀਗਾ ਜਿੱਥੇ ਪਰਸ਼ੀਅਨ ਐਜੂਕੇਸ਼ਨ ਜਿਹੜੀ ਸੀ ਇੰਪਾਰਟ ਕੀਤੀ ਜਾਂਦੀ ਸੀਗੀ, ਠੀਕ ਹੈ। ਦੈਨ ਇਸ ਤੋਂ ਬਾਅਦ ਅਸੀਂ ਹੀ ਗੱਲ ਕਰਦੇ ਹਾਂ ਸੋਸਾਈਟਲ ਸੈਟਅਪ 'ਤੇ। ਦੇਖੋ ਹਜੇ ਹੋਰ ਵੀ ਬਹੁਤ ਜ਼ਿਆਦਾ ਹੈਗਾ ਪੜ੍ਹਨ ਲਈ, ਲੈਕਚਰ ਜੋ ਹੈ ਕਾਫੀ ਲੈਂਦੀ ਹੋ ਚੁੱਕਿਆ, ਠੀਕ ਹੈ। ਸੋ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਜਾਂ ਤਾਂ ਇਸੇ 'ਚ ਕੰਪਲੀਟ ਕਰਾ ਦਾਂਗੀ ਜਾਂ ਅਪਰੋਕਸ ਇੱਕ ਵੀਡੀਓ ਹੋਰ ਆਊਗੀ, ਠੀਕ ਹੈ। ਸੋ ਅਗਲੀ ਨੈਕਸਟ ਵੀਡੀਓ ਦੇ ਵਿੱਚ ਫੋਰ ਸ਼ੋਰ ਅਸੀਂ ਇਸ ਨੂੰ ਕੰਪਲੀਟ ਕਰ ਲਾਂਗੇ, ਠੀਕ ਹੈ। ਅੱਜ ਦੇ ਲਈ ਸਿਰਫ ਇੰਨਾ ਹੀ ਹੈ। ਅਗਰ ਤੁਹਾਨੂੰ ਕੋਈ ਵੀ ਕੋਈ ਡਾਊਟ ਹੋਇਆ ਹੈ, ਕੋਈ ਵੀ ਚੀਜ਼ ਪੁੱਛਣੀ ਹੋਈ, ਦੈਨ ਤੁਸੀਂ ਆਪਣਾ ਜਿਹੜਾ ਡਾਊਟ ਹੈ ਕਮੈਂਟ ਸੈਕਸ਼ਨ ਦੇ ਵਿੱਚ ਨੀਚੇ ਡਰੋਪ ਕਰ ਸਕਦੇ ਹੋ, ਠੀਕ ਹੈ। ਸੋ ਐਨ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ, ਠੀਕ ਹੈ। ਔਰ ਹਾਂਜੀ ਅੱਜ ਲਈ ਸਿਰਫ ਇੰਨਾ ਹੀ। ਗੁੱਡ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ, ਅਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ। ਬਾਏ ਬਾਏ।